ਸੇਖ ਨਾਨਕ ਸੱਚ ਕੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗੋ ਜੁਗ ਅਟਲ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਸ਼ਹੀਦ ਸਤਿਗੁਰੂ ਸ਼ਸਤਰ ਧਾਰੀ ਨਾਮ ਬਾਣੀ ਦੇ ਰਸੀਏ, ਬੰਦਗੀ ਸਰੂਪ ਧਰਮ ਰੱਖਿਅਕ ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਮਹਾਰਾਜ ਦੇ ਪਵਿੱਤਰ ਦਰਬਾਰਾਂ ਵਿੱਚ ਅਸਥਾਨਾਂ ਤੇ ਅੰਮ੍ਰਿਤ ਵੇਲੇ ਦੇ ਉਸ ਸਮੇਂ ਤੋਂ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਆਪਣੇ ਦਰ ਦੀ ਯਾਤਰਾ ਕਰਨ ਦਾ ਸਾਨੂੰ ਸਮਾਂ ਬਖਸ਼ਿਆ ਹੈ। ਯਾਤਰਾ ਦੇ ਦੌਰਾਨ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ, ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਹਾਂ, ਵੱਖ-ਵੱਖ ਸਥਾਨਾਂ ਤੇ ਗੁਰਸਿੱਖ ਪਿਆਰੇ ਸਰੀਰ ਕਰਕੇ ਸੇਵਾਵਾਂ ਕਰ ਰਹੇ ਹਨ, ਮਨ ਕਰਕੇ ਗੁਰੂ ਸਾਹਿਬ ਜੀ ਦਾ ਜਸ ਕਰ ਰਹੇ ਹਨ। ਇਹ ਦਾਤ ਇਲਾਹੀ ਸਤ ਸੰਗਤ ਦੀ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਇਸਲਾਮ ਵਾਹਿਗੁਰੂ ਈਸਾਈ ਧਰਮ ਦਾ ਮੰਨਣਾ ਹੈ ਵੀ ਪਰਮੇਸ਼ਰ ਨੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੀਕਰ ਧਰਤੀ ਬਣਾਉਣ ਦੇ ਵਾਸਤੇ, ਦੁਨੀਆ ਬਣਾਉਣ ਵਾਸਤੇ ਯਤਨ ਕੀਤੇ ਤੇ ਐਤਵਾਰ ਨੂੰ ਕਹਿੰਦੇ ਪਰਮੇਸ਼ਰ ਨੇ ਆਰਾਮ ਕੀਤਾ। ਕੁੱਲ ਦੁਨੀਆ ਐਤਵਾਰ ਵਾਲੇ ਦਿਨ ਆਪਣਾ ਆਰਾਮ ਕਰਨਾ ਚਾਹੁੰਦੀ ਹੈ, ਇਸ ਨੂੰ ਛੁੱਟੀ ਵਾਲਾ ਦਿਨ ਮੰਨਿਆ ਗਿਆ ਵੀ ਅੱਜ ਕੁਝ ਨਹੀਂ ਕਰਨਾ। ਐਤਵਾਰ ਹੋਵੇ ਜਾਂ ਕਹਿੰਦੇ ਵੀ ਬਸ ਹੁਣ ਕੋਈ ਫਿਕਰ ਨਹੀਂ ਹੈ ਵੀ ਅੱਜ ਰੱਜ ਕੇ ਸੌਣਾ ਹੈ, ਰੱਜ ਕੇ ਖਾਣਾ ਹੈ, ਕੰਮ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਰੈਸਟ ਵਾਸਤੇ ਆਰਾਮ ਵਾਸਤੇ ਦਿਨ ਮਿਲਿਆ। ਪਰ ਜੇ ਸਤਿਗੁਰਾਂ ਨੂੰ ਪੁੱਛੀਏ ਤਾਂ ਪਾਤਸ਼ਾਹ ਜੀ ਕਹਿੰਦੇ ਜਿਸ ਦਿਨ ਸਾਰੀ ਦੁਨੀਆ ਇਹ ਮੰਨ ਕੇ ਬੈਠ ਜਾਂਦੀ ਹੈ ਵੀ ਅੱਜ ਆਰਾਮ ਕਰਨਾ ਹੈ, ਗੁਰਸਿੱਖਾ ਤੂੰ ਉਸ ਦਿਨ ਤੋਂ ਹੀ ਭਗਤੀ ਸ਼ੁਰੂ ਕਰ, ਤੂੰ ਉਸ ਦਿਨ ਤੋਂ ਹੀ ਮਾਲਕ ਦੀ ਬੰਦਗੀ ਵਿੱਚ ਜੁੜ। ਆਦਿਤ ਭਗਤ ਕਰੈ ਆਰੰਭ, ਆਦਿਤ ਕਹਿੰਦੇ ਨੇ ਐਤਵਾਰ ਨੂੰ, ਆਦਿਤ ਭਗਤ ਕਰੈ ਆਰੰਭ। ਜੇ ਗੁਰੂ ਨੂੰ ਪੁੱਛੀਏ ਮਹਾਰਾਜ ਬੰਦਗੀ ਕਦੋਂ ਸ਼ੁਰੂ ਕਰੀਏ, ਕਹਿੰਦੇ ਜਿਸ ਦਿਨ ਲੋਕ ਲੰਮੀਆਂ ਤਾਣ ਕੇ ਕਹਿੰਦੇ ਵੀ ਅੱਜ ਵਿਹਲੇ ਰਹਿਣ ਦਾ ਦਿਨ ਹੈ, ਤੂੰ ਬੰਦਗੀ ਹੀ ਉਸ ਦਿਨ ਤੋਂ ਆਰੰਭ ਕਰ। ਸੋ ਐਤਵਾਰ ਪਰਮੇਸ਼ਰ ਦੇ ਨਾਲ ਜੁੜਨ ਦੇ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਕਿ ਐਤਵਾਰ ਤੇਰਾ ਸਫਲਾ ਹੈ। ਜੇ ਹਾਲਾਂ ਤੀਕਰ ਨਾਮ ਨਹੀਂ ਜਪਿਆ, ਜੇ ਹਾਲਾਂ ਤੀਕਰ ਭਲਿਆ ਬੰਦਗੀ ਨਹੀਂ ਕੀਤੀ, ਉਮਰ ਲੰਘਦੀ ਜਾ ਰਹੀ ਹੈ, ਤਾਂ ਐਤਵਾਰ ਤੋਂ ਹੀ ਪਰਮੇਸ਼ਰ ਦੀ ਭਗਤੀ ਆਰੰਭ ਕਰ ਦੇ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੋਂ ਸਾਨੂੰ ਦਾਤ ਮਿਲ ਰਹੀ ਹੈ ਕਿ ਇੱਕ ਤਾਂ ਪਾਤਸ਼ਾਹ ਦਾ ਸਥਾਨ ਵੀ ਬੰਦਗੀ ਵਾਲਾ ਹੈ ਤੇ ਆਪਣੇ ਸਥਾਨਾਂ ਤੋਂ ਮਹਾਰਾਜ ਸਾਨੂੰ ਬੰਦਗੀ ਦਾ ਸੁਨੇਹਾ ਦੇ ਰਹੇ ਹਨ। ਕਿਉਂਕਿ ਗੁਰਸਿੱਖ ਦਾ ਜੀਵਨ ਕੀ ਹੈ? ਗੁਰਸਿੱਖ ਦਾ ਜੀਵਨ ਹੈ ਗੁਰੂ ਦੀ ਸਿੱਖਿਆ। ਗੁਰੂ ਦੀ ਸਿੱਖਿਆ ਕੀ ਹੈ? ਮਹਾਰਾਜ ਸਾਹਿਬ ਕਹਿੰਦੇ ਹਨ ਵੀ ਪਰਮੇਸ਼ਰ ਦਾ ਨਾਮ ਜਪ, ਬੰਦਗੀ ਕਰ, ਸੇਵਾ ਕਰਿਆ ਕਰ, ਸਿਮਰਨ ਕਰ। ਇਹ ਬਚਨਾਂ ਨੂੰ ਮੰਨਣਾ ਹੀ ਸਿੱਖ ਹੋਣਾ ਹੈ, ਨਹੀਂ ਤਾਂ ਹੋਰ ਸਿੱਖ ਦੀ ਕੋਈ ਦੂਜੀ ਪਰਿਭਾਸ਼ਾ ਨਹੀਂ ਹੈ। ਸਿੱਖ ਦੇ ਵਾਸਤੇ ਹੋਰ ਕੋਈ ਡੈਫੀਨੇਸ਼ਨ ਨਹੀਂ ਹੈ। ਸੇਵਾ ਕਰੋ, ਸਿਮਰਨ ਕਰੋ, ਇਹੀ ਸਿੱਖੀ ਹੈ। ਤੇ ਆਓ ਮਹਾਰਾਜ ਸਾਹਿਬ ਸਾਨੂੰ ਜੋ ਪਰਮ ਪਵਿੱਤਰ ਲੜੀਵਾਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜਿਵੇਂ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦੇ ਨਿਤਨੇਮ ਹੋਏ ਨੇ, ਸੁਖਮਨੀ ਸਾਹਿਬ ਦਾ ਜਾਪ ਹੋਇਆ, ਆਸਾ ਦੀ ਵਾਰ ਦੇ ਕੀਰਤਨ ਹੋਏ, ਤੇਵੇਂ ਜੋ ਨਿਤ ਦੀ ਮਰਿਆਦਾ ਹੈ ਗੁਰੂ ਸਾਹਿਬ ਦੇ ਲੜੀਵਾਰ ਗੁਰ ਸ਼ਬਦ ਉਪਦੇਸ਼ ਦੀ ਵਿਚਾਰ ਕਰਨੀ। ਤਾਂ ਉਸ ਮਰਿਆਦਾ ਤਹਿਤ ਸਤਿਗੁਰਾਂ ਦੇ ਚਰਨ ਕਮਲਾਂ ਦੇ ਵਿੱਚ
ਆਪਣੀ ਬਿਰਤੀ ਇਕਾਗਰ ਕਰੀਏ, ਸਾਵਧਾਨ ਹੋ ਰਸਨਾ ਕਰੋ ਪਵਿੱਤਰ ਆਖੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਸਭੇ ਗੱਲਾਂ ਵਿਸਰਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ 43 ਤੋਂ ਇਹ ਪਰਮ ਪਵਿੱਤਰ ਉਪਦੇਸ਼ ਸ਼ਬਦ ਜੋ ਅੱਜ ਦਾ ਹੈ ਆਰੰਭ ਹੋ ਰਿਹਾ, ਜੋ 44 ਅੰਗ ਤੇ ਜਾ ਕੇ ਸਮਾਪਤ ਹੁੰਦਾ ਹੈ। 31 ਰਾਗਾਂ ਦੇ ਵਿੱਚੋਂ ਪਹਿਲਾ ਰਾਗ ਹੈ ਸ੍ਰੀ ਰਾਗ। ਸ੍ਰੀ ਰਾਗ ਦੇ ਅੰਦਰ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਭੇ ਗੱਲਾਂ ਵਿਸਰਨ। ਸਭੇ ਗੱਲਾਂ ਵਿਸਰਨ। ਸਹਿਜ ਪਾਠ ਜਿਹੜੇ ਸਿੱਖ ਕਰਦੇ ਆ ਉਹ ਧਿਆਨ ਦੇ ਸਕਦੇ ਆ ਵੀ ਸਭੇ ਵੀ ਖਿੱਚ ਕੇ ਬੋਲਣਾ, ਤੇ ਗੱਲਾਂ ਇਹ ਵੀ ਜਿਵੇਂ ਅਧਕ ਲੱਗਾ ਹੁੰਦਾ ਇਸ ਤਰ੍ਹਾਂ ਉਚਾਰਨ ਕਰਨਾ ਵੀ ਸਭੇ। ਸਭੇ ਕੀ ਹੈ ਵੀ ਸਾਰੀਆਂ ਜਿਹੜੀਆਂ ਗੱਲਾਂ ਹਨ ਵਿਸਰਨ, ਸਾਨੂੰ ਭੁੱਲ ਜਾਣ, ਭਾਵੇਂ ਸਾਰਾ ਕੁਝ ਹੀ ਭੁੱਲ ਜੇ। ਕਹਿੰਦੇ ਵੀ ਐਸੇ ਸਿੱਖ ਦੇ ਭਾਗ ਉੱਤਮ ਹੋਣ, ਸਿੱਖਾ ਤੇਰੇ ਇਹੋ ਜਿਹੇ ਭਾਗ ਜਾਗ ਪੈਣ, ਤੇਰੇ ਤੇ ਇਹੋ ਜਿਹੀ ਕਿਰਪਾ ਹੋ ਜਾਵੇ ਵੀ ਤੈਨੂੰ ਹੋਰ ਤਾਂ ਸਾਰੀਆਂ ਹੀ ਗੱਲਾਂ ਭੁੱਲ ਜਾਣ, ਹੋਰ ਤਾਂ ਸਭ ਕੁਝ ਹੀ ਵਿਸਰ ਜਾਵੇ। ਇਸ ਨੂੰ ਹੋਰ ਸੌਖਾ ਸਮਝਣ ਲਈ ਜੋ ਰਹਾਉ ਦਾ ਮਹਾਰਾਜ ਸਾਹਿਬ ਦਾ ਉਪਦੇਸ਼ ਹੈ, ਜੋ ਰਹਾਉ ਦੀਆਂ ਪੰਕਤੀਆਂ ਨੇ। ਮਨ ਮੇਰੇ ਕਰਤੇ ਨੌ ਸਾਲਾਹੇ, ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ। ਹੇ ਮੇਰਿਆ ਮਨਾ, ਸਿਆਣਪਾਂ ਛੱਡ ਦੇ। ਜੇ ਤੇਰੇ ਕੋਲ ਕੋਈ ਪੜ੍ਹਾਈ ਦੀ ਸਿਆਣਪ ਹੈ, ਜੇ ਕੋਈ ਸ਼ਾਸਤਰ ਪੜ੍ਹੇ ਦੀ ਸਿਆਣਪ ਹੈ, ਕੋਈ ਸਾਇੰਸ ਦੀ ਸਿਆਣਪ ਹੈ, ਤੂੰ ਖੁਦ ਪਸੰਦੀ ਨੂੰ ਸਿਆਣਪ ਨੂੰ ਛੱਡ ਕੇ, ਸਾਰੇ ਆਸਰੇ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਡਿੱਗ ਪਾ। ਮਹਾਰਾਜ ਸਾਹਿਬ ਜੀਓ ਤੁਸੀਂ ਕਿਰਪਾ ਕਰੋ ਤੇ ਕਰਤੇ ਪਰਮੇਸ਼ਰ ਦੀ ਸਲਾਘਾ ਕਰ, ਵਾਹਿਗੁਰੂ ਨੂੰ ਸਦਾ ਸਲਾਹੁੰਦਾ ਰਿਹਾ ਕਰ। ਸੋ ਇਸ ਤਰ੍ਹਾਂ ਮਹਾਰਾਜ ਨੇ ਰਹਾਉ ਦੇ ਬਚਨ ਕਹੇ ਨੇ। ਤੇ ਇਹ ਪਾਤਸ਼ਾਹ ਕਿਵੇਂ ਸਲਾਉਣਾ ਹੈ? ਕਹਿੰਦੇ ਸਲਾਉਣਾ ਐਵੇਂ ਹੈ ਵੀ ਸਭੇ ਗੱਲਾਂ ਵਿਸਰਨ, ਵੀ ਮਨ 'ਚ ਨਿਸ਼ਚਾ ਧਾਰ, ਅਰਦਾਸ ਕਰਿਆ ਕਰ ਵੀ ਮਹਾਰਾਜ ਮੈਨੂੰ ਹੋਰ ਭਾਵੇਂ ਦੁਨੀਆ ਦੀਆਂ ਸਾਰੀਆਂ ਗੱਲਾਂ ਭੁੱਲ ਜਾਣ, ਕੰਮ ਧੰਦੇ ਕਰਨੇ ਭੁੱਲ ਜਾਣ, ਸੰਸਾਰ ਦੀਆਂ ਚਤੁਰਾਈਆਂ ਭੁੱਲ ਜਾਣ। ਬੜੀਆਂ ਚਤੁਰਾਈਆਂ ਹੁੰਦੀਆਂ ਨਾ ਮਲਕ ਭਾਗੋ ਵਰਗੀਆਂ ਜਿਹੜੀਆਂ, ਇਹ ਵੀ ਭੁੱਲ ਜਾਣ। ਵੀ ਜਿਵੇਂ ਮਲਕ ਭਾਗੋ ਨੇ ਚਲਾਕੀ ਹੋਈ ਖੇਡੀ ਸੀ ਨਾ, ਵੀ ਲੋਕਾਂ ਦਾ ਲਹੂ ਪੀਂਦਾ ਤੇ ਲਹੂ ਪੀ ਕੇ ਇਕੱਠੀ ਕਰਦਾ ਮਾਇਆ, ਫੇਰ ਵਿੱਚੋਂ ਕਰ ਦਿੰਦਾ ਕੁਝ ਦਾਨ ਪੁੰਨ ਵੀ ਇਹ ਮੇਰੀ ਸਫਲੀ ਹੋ ਜਾਵੇ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਫਿਰ ਉੱਥੇ ਆਪ ਹਾਜ਼ਰ ਹੋ ਕੇ ਭਾਈ ਲਾਲੋ ਦੇ ਪ੍ਰਸ਼ਾਦੇ ਵਿੱਚੋਂ ਦੁੱਧ ਅੰਮ੍ਰਿਤ ਅਤੇ ਮਲਕ ਭਾਗੋ ਦੀ ਖਾਣੇ ਵਿੱਚੋਂ ਪੂੜੀਆਂ ਵਿੱਚੋਂ ਲਹੂ ਲੋਕਾਂ ਦਾ ਕੱਢ ਕੇ ਵਿਖਾਇਆ ਸੀ। ਇਹ ਬਚਨ ਸੀ ਮਹਾਰਾਜ ਜੀ ਦਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾ ਭਰੇ, ਜਾ ਮੁਰਦਾਰ ਨਾ ਖਾਏ, ਮਾਰਨ ਪਾਹੇ ਹਰਾਮ ਹੈ, ਹੋਏ ਹਲਾਲ ਨਾ ਜਾਏ। ਕਹਿੰਦੇ ਵੀ ਹਰਾਮ ਦੇ ਵਿੱਚ, ਹਰਾਮ ਦੀ ਕਮਾਈ 'ਚ ਕੋਈ ਚੰਗੇ ਮਸਾਲੇ ਪਾ ਲਵੇ ਉਹ ਹਲਾਲ ਨਹੀਂ ਹੋ ਜਾਂਦੀ। ਇਸੇ ਪ੍ਰਕਾਰ ਜੇ ਕੋਈ ਬਹੁਤਾ ਠੱਗੀ ਠੋਰੀ ਮਾਰ ਕੇ ਥੋੜਾ ਜਿਹਾ ਦਾਨ ਕਰ ਦਵੇ ਤਾਂ ਉਹ ਕਿਰਤ ਧਰਮ ਦੀ ਨਹੀਂ ਬਣ ਜਾਂਦੀ। ਇਹੋ ਜਿਹੀਆਂ ਜਿਹੜੀਆਂ ਗੱਲਾਂ ਹਨ ਨਾ, ਵੀ ਕਈ ਬੰਦੇ ਸੋਚਦੇ ਚਲੋ ਇਦਾਂ ਕਰ ਲਓ, ਫਿਰ ਐ ਕੁਝ ਦਾਨ ਪੁੰਨ ਕਰ ਲਾਂਗੇ, ਜਾਂ ਕਿਸੇ ਨਾਲ ਠੱਗੀ ਮਾਰ ਲਈ, ਕਿਸੇ ਨਾਲ ਦਗਾ ਕਰ ਲਿਆ। ਇਹੋ ਜਿਹੀਆਂ ਸਾਰੀਆਂ ਹੀ ਗੱਲਾਂ ਹੈ ਭਾਈ ਤੈਨੂੰ ਵਿਸਰ ਜਾਣ, ਤੈਨੂੰ ਭੁੱਲ ਜਾਣ। ਇੱਕੋ ਵਿਸਰ ਨਾ ਜਾਓ। ਪਰ ਜੋ ਇੱਕੋ ਅਦਵੈਤ ਰੂਪ ਵਾਹਿਗੁਰੂ ਹੈ, ਉਹ ਇੱਕ ਵਾਹਿਗੁਰੂ ਨਾ ਵਿਸਰ ਜਾਵੇ। ਜਿਵੇਂ ਜਪ ਸਾਹਿਬ 'ਚ ਮਹਾਰਾਜ ਕਹਿੰਦੇ ਨੇ ਨਾ, ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੋ ਸਾਰਿਆਂ ਜੀਵਾਂ ਦਾ ਰਿਜ਼ਕ ਦਾਤਾ, ਸਵਾਸ ਦਾਤਾ ਹੈ, ਉਹ ਨਾ ਮਹਾਰਾਜ ਮੈਨੂੰ ਭੁੱਲੇ।
ਇਸ ਤਰ੍ਹਾਂ ਸਭ ਗੱਲਾਂ ਦਾ ਚੇਤਾ ਭੁੱਲ ਜਾਵੇ, ਵਿਹਾਰ ਕੰਮ ਭੁੱਲ ਜਾਣ, ਪਰ ਇੱਕੋ ਜੋ ਅਦਵੈਤ ਰੂਪ ਵਾਹਿਗੁਰੂ ਹੈ ਉਹ ਵਿਸਰ ਨਾ ਜਾਵੇ, ਜਾਂ ਇੱਕ ਅਦਵੈਤ ਰੂਪ ਵਾਹਿਗੁਰੂ ਦਾ ਜੋ ਸਿਮਰਨ ਭਜਨ ਕਰਨਾ ਹੈ ਉਹ ਨਾ ਸਾਡੇ ਤਾਈਂ ਭੁੱਲ ਜਾਵੇ। ਬੇਨਤੀ ਕਰਿਆ ਕਰ। ਧੰਦਾ ਸਭ ਜਲਾਏ ਕੈ। ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਧੰਦਾ ਸਭ ਜਲਾਏ ਕੈ, ਵੀ ਜਿਹੜੇ ਧੰਦੇ ਨੇ ਜਿਨ੍ਹਾਂ ਦੇ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ ਵੀ ਇੱਕ ਚੇਤੇ ਰਹੇ, ਉਹਨਾਂ ਦੇ ਸਾਰੇ ਧੰਦੇ ਸਾੜਤੇ। ਹੁਣ ਧੰਦੇ ਸਾੜਤੇ ਤੋਂ ਭਾਵ ਕੀ ਹੈ ਵੀ ਮਹਾਰਾਜ ਕੰਮ ਕਰੀਏ ਹੀ ਨਾ। ਧੰਦੇ ਤੋਂ ਸਾੜਨ ਤੋਂ ਭਾਵ ਹੈ ਵੀ ਜਿਹੜਾ ਮਨ ਕਰਕੇ ਹਰ ਸਮੇਂ ਧੰਦਿਆਂ ਦੇ ਅਧੀਨ ਹੋਏ ਰਹਿਣਾ, ਮਨ ਕਰਕੇ ਕੰਮਾਂ 'ਚ ਫਸੇ ਰਹਿਣਾ। ਸਰੀਰ ਕਰਕੇ ਤਾਂ ਮਿਹਨਤ ਕਰ ਜਿੰਨੀ ਕਰਨੀ ਹੈ, ਪਰ ਜਦੋਂ ਬੰਦਾ ਮਨ ਕਰਕੇ ਵੀ ਕੰਮਾਂ 'ਚ ਹੀ ਫਸਦਾ ਨਾ, ਫਿਰ ਰਾਤ ਦਿਨ ਉਹਦੀ ਸੋਚ ਕੰਮਾਂ 'ਚ ਹੀ ਫਸੀ ਰਹਿੰਦੀ ਹੈ। ਤੇ ਇਹੋ ਜੋ ਮਨ ਦੀ ਧੌਣੀ ਹੈ, ਹਰ ਵੇਲੇ ਮਾਇਆ ਪਿੱਛੇ, ਹਰ ਵੇਲੇ ਕੰਮਾਂ ਪਿੱਛੇ, ਧੰਦਾ ਸਭ ਜਲਾਏ ਕੈ। ਜਿਨ੍ਹਾਂ ਜੀਵਾਂ ਦੇ ਸਾਰੇ ਦੁਨੀਆ ਦੇ ਕਾਰ ਵਿਹਾਰ ਦੇ ਧੰਦਿਆਂ ਦੀ ਧੌਣੀ ਮਨ ਵਿੱਚੋਂ ਮਹਾਰਾਜ ਸਾਹਿਬ ਨੇ ਜਲਾ ਦਿੱਤੀ, ਸਾੜ ਦਿੱਤੀ ਹੈ। ਗੁਰ ਨਾਮ ਦੀਆ ਸੱਚ ਸੁਆਓ। ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਬਖਸ਼ ਦਿੱਤਾ। ਜਿਨ੍ਹਾਂ ਨੂੰ ਨਾਮ ਬਖਸ਼ ਦਿੱਤਾ, ਸੱਚ ਸੁਆਓ, ਉਹਨਾਂ ਨੂੰ ਸੱਚਾ ਹੀ ਪ੍ਰਯੋਜਨ ਵਾਹਿਗੁਰੂ ਦੀ ਪ੍ਰਾਪਤੀ ਦਾ ਪ੍ਰਾਪਤ ਹੋਇਆ ਹੈ। ਸੁਆਓ ਨਾਮ ਹੁੰਦਾ ਸਵਾਰਥ ਦਾ। ਸੁਆਓ ਨਾਮ ਕਹਿੰਦੇ ਨੇ ਪ੍ਰਯੋਜਨ ਨੂੰ ਵੀ। ਜਿਵੇਂ ਆਪਣੇ ਮਤਬਲ ਦੀ ਕੋਈ ਗੱਲ ਹੋਣੀ, ਉਹਨੂੰ ਕਹਿੰਦੇ ਵੀ ਸੁਆਓ। ਕੀ ਸੁਆਓ ਹੈ ਤੇਰਾ? ਪੁਰਾਣੇ ਲੋਕ ਕਹਿ ਦਿੰਦੇ ਸਨ, ਭਾਵ ਤੇਰਾ ਮਨੋਰਥ ਕੀ ਹੈ, ਚਾਹੁੰਦਾ ਕੀ ਹੈ? ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਵੀ ਉਹਨਾਂ ਮਨੁੱਖਾਂ ਦੇ ਮਹਾਰਾਜ ਨੇ ਸਭ ਧੰਦੇ ਹੀ ਸਾੜ ਦਿੱਤੇ। ਮਨ ਵਿੱਚ ਧੰਦਿਆਂ ਦੀ ਪਕੜ ਨਹੀਂ। ਸਰੀਰ ਕਰਕੇ ਮਿਹਨਤ ਭਾਵੇਂ ਕਰਦੇ ਆ, ਪਰ ਮਨ ਕਰਕੇ ਤਾਂ ਨਾਮ ਜਪਦੇ ਆ। ਸਰੀਰ ਕਰਕੇ ਤਾਂ ਦਿਖਦੇ ਆ। ਗੁਰੂ ਨਾਨਕ ਸਾਹਿਬ ਜੀ ਵੀ ਹੱਲ ਵਾਹ ਰਿਹਾ ਵੀ ਕਰਤਾਰਪੁਰ ਸਾਹਿਬ ਮਹਾਰਾਜ ਹੱਲ ਜੋਇਆ ਹੈ। ਪਾਤਸ਼ਾਹ ਆਪ ਬਲਦਾਂ ਨੂੰ ਹੱਕ ਰਹੇ ਨੇ, ਕਦੀ ਪਾਣੀ ਲਾ ਰਹੇ ਹਨ, ਕਿਆਰੇ ਮੋੜ ਰਹੇ ਨੇ, ਪਰ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਿਰੰਕਾਰ ਵਸਿਆ ਹੋਇਆ। ਮਨ ਕਰਕੇ ਨਹੀਂ ਧੰਦਿਆਂ 'ਚ ਫਸੇ ਮਹਾਰਾਜ। ਸਿੱਖਾਂ ਦੇ ਅੰਦਰੋਂ ਵੀ ਇਹ ਪਕੜ ਕੱਢਣੀ ਸੀ ਨਾ। ਇੱਕ ਵਾਰ ਖੇਡ ਵੀ ਰਚੀ ਸਤਿਗੁਰਾਂ ਵੀ ਕਣਕ ਬੀਜੀ, ਬਹੁਤ ਫਸਲ ਹੋਈ, ਫਿਰ ਉਹਦੀ ਵਾਢੀ ਕੀਤੀ ਗਈ, ਭਰੀਆਂ ਬੰਨੀਆਂ ਇੱਕ ਥਾਂ ਤੇ ਢੇਰ ਲਾਇਆ, ਗਾਉਣਾ ਸੀ ਕਣਕ ਦੇ ਤਾਈਂ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਵੀ ਹੁਣ ਇਹਨੂੰ ਅੱਗ ਲਾ ਦਿਓ। ਉਹ ਸਤਿਗੁਰਾਂ ਨੇ ਕਣਕ ਅੱਗ ਲਾ ਕੇ ਸਾਰੀ ਹੀ ਭਰੀਆਂ ਬੱਝੀਆਂ ਬੁਝਾਈਆਂ ਸਾੜ ਦਿੱਤੀਆਂ। ਬਹੁਤੇ ਸਿੱਖ ਨਾਰਾਜ਼ ਹੋ ਕੇ ਘਰੇ ਚਲੇ ਗਏ। ਕਹਿੰਦੇ ਜੇ ਮਹਾਰਾਜ ਨੇ ਸਾੜਨੀ ਸੀ ਫਿਰ ਕਾਹਦੇ ਵਾਸਤੇ ਸਾਡੇ ਕੋਈ ਨਹੀਂ ਮਿਹਨਤ ਕਰਾਈ। ਪਹਿਲਾਂ ਅਸੀਂ ਇਹ ਖੇਤ ਵਾਹੇ, ਪਹਿਲਾਂ ਧਰਤੀ ਬਣਾਈ, ਫਿਰ ਬੀਜ ਬੀਜਿਆ, ਪਾਣੀ ਲਾਉਂਦੇ ਰਹੇ, ਕਿਆਰੇ ਮੋੜਦੇ ਰਹੇ, ਮਿਹਨਤ ਕਰਕੇ ਇਹਨੂੰ ਗੋਡੀਆਂ ਦਿੱਤੀਆਂ, ਹੁਣ ਵੱਢਿਆ। ਤਾਂ ਸਤਿਗੁਰੂ ਸਾਹਿਬ ਇਹ ਕਰਮ ਕਰਾਉਂਦੇ ਹੀ ਨਾ, ਵਜਾਉਂਦੇ ਹੀ ਨਾ ਜੇ ਸਾੜ ਦੇਣੀ ਸੀ। ਅਸਲ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਪਰਖੀ ਕੀਤੀ ਆ ਵੀ ਜਿਹੜਾ ਗੁਰੂ ਕਾ ਸਿੱਖ ਹੈ ਇਹ ਇਸ ਗੱਲ ਨੂੰ ਜਣਾਉਂਦਾ ਹੈ ਵੀ ਮੈਂ ਮਿਹਨਤ ਕੀਤੀ ਹੈ, ਜਾਂ ਇਹ ਗੱਲ ਨੂੰ ਮੁੱਖ ਰੱਖਦਾ ਵੀ ਜਿਵੇਂ ਗੁਰੂ ਦਾ ਹੁਕਮ ਹੈ ਮੈਂ ਤੇ ਉਵੇਂ ਕਰਾਂਗਾ। ਵੀ ਗੁਰੂ ਪਾਤਸ਼ਾਹ ਨੇ ਕਿਹਾ ਵੀ ਸਾੜ ਦੇ, ਤਾਂ ਸਭ ਕੁਝ ਸਾੜ ਦਿੱਤਾ। ਮੈਂ ਤਾਂ ਗੁਰਾਂ ਦਾ ਵਚਨ ਮੰਨਾਂਗਾ। ਜਿਹੜੇ ਤਾਂ ਵਚਨ ਵਾਲੇ ਸਿੱਖ ਸਨ ਉਹ ਤਾਂ ਕੋਲ ਰਹੇ, ਬਹੁਤੇ ਘਰਾਂ ਨੂੰ ਹੀ ਚਲੇ ਗਏ ਸਨ ਨਾਰਾਜ਼ ਹੋ ਕੇ ਕਰਤਾਰਪੁਰ ਸਾਹਿਬ ਤੋਂ ਵੀ ਅਸੀਂ ਤਾਂ ਚੱਲੇ, ਕਿ ਮਹਾਰਾਜ ਸਾਹਿਬ ਤਾਂ ਤੇ ਸਾਡੇ ਹਿਸਾਬ ਨਾਲ ਕੰਮ ਹੀ ਨਹੀਂ ਕਰਦੇ। ਹੁਣ ਅਸੀਂ ਚਾਹੁੰਦੇ ਹਾਂ ਵੀ ਗੁਰੂ ਸਾਡੇ ਮੁਤਾਬਕ ਚੱਲੇ, ਵੀ ਸਤਿਗੁਰੂ ਤਾਂ ਸਾਡੀ ਗੱਲ ਹੀ ਨਹੀਂ ਸੁਣਦੇ, ਸਾਡੇ ਮੁਤਾਬਕ ਨਹੀਂ ਚੱਲਦੇ। ਅਸਲ 'ਚ ਸਤਿਗੁਰੂ ਸਾਨੂੰ ਪਰਮੇਸ਼ਰ ਦੇ ਮੁਤਾਬਕ ਚਲਾਉਣ ਵਾਸਤੇ ਆਏ ਨੇ, ਨਾ ਕਿ ਗੁਰੂ ਸਾਡੇ ਮੁਤਾਬਕ ਚੱਲਣ ਆਇਆ। ਇੱਥੋਂ ਗੱਲਾਂ 'ਚੋਂ ਹੀ ਅੱਗੇ ਗੱਲ ਨਿਕਲਦੀ ਹੈ ਵੀ ਬਹੁਤੇ ਜਿਹੜੇ ਲੋਕ ਨੇ ਨਾ ਅੱਜ ਕੱਲ੍ਹ ਦੇ, ਉਹ ਹਰ ਇੱਕ ਚੀਜ਼ ਦੀ ਤੁਲਨਾ ਗੁਰੂ ਸਾਹਿਬ ਦੇ ਜੀਵਨ ਦੀ, ਗੁਰਾਂ ਦੀ ਬਾਣੀ ਦੀ ਆਪਣੇ ਹਿਸਾਬ ਨਾਲ ਕਰਦੇ ਆ ਵੀ ਜੇ ਮੈਂ ਆ ਨਹੀਂ ਕਰ ਸਕਦਾ ਤੇ ਗੁਰੂ ਕਿਵੇਂ ਕਰ ਸਕਦਾ, ਜੇ ਮੇਰੇ 'ਚ ਸ਼ਕਤੀ ਨਹੀਂ ਹੈ। ਕਹਿੰਦੇ ਵੀ ਇਹ ਬਿਲਕੁਲ ਝੂਠ ਹੈ। ਇਹ ਗੁਰੂ ਸਾਹਿਬ ਦੇ ਵਿੱਚ ਕਿਵੇਂ, ਉਹ ਵੀ ਆਮ ਸੁਧਾਰਨੀ ਸਨ। ਸੁਧਾਰਨੀ ਮਨੁੱਖ ਦੱਸਦੇ ਨੇ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਸੁਧਾਰਨੀ ਸਨ। ਆ ਸੁਧਾਰਨ ਤਾਂ ਕਰੋੜਾਂ ਅਰਬਾਂ ਹੀ ਤੁਰੇ ਫਿਰਦੇ ਆ, ਹੋਰ ਕਿਸੇ ਦੇ ਅੱਗੇ ਨਹੀਂ। ਸਿੱਧਾ ਨੇ ਆ ਕੇ ਮੱਥਾ ਟੇਕਤਾ, ਗੁਰੂ ਨਾਨਕ ਸਾਹਿਬ ਅੱਗੇ ਕਿਉਂ ਝੁਕੇ? ਗੁਰੂ ਨਾਨਕ ਸਾਹਿਬ ਦਾ ਹੀ ਪੰਥ ਨਿਰਾਲਾ ਕਿਉਂ ਪ੍ਰਗਟਿਆ? ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਹੀ ਕਿਉਂ ਸਾਫ ਸੁਥਰੇ ਜੀਵਨ ਵਾਲੇ ਹੁੰਦੇ ਨੇ?
ਮਹਾਰਾਜ ਦੇ ਮੰਨਣ ਵਾਲੇ ਹੀ ਕਿਉਂ ਪਰਉਪਕਾਰੀ ਨੇ? ਦੂਜਿਆਂ ਦਾ ਦੁੱਖ ਵੇਖ ਕੇ ਢੇਰੀ ਕਿਉਂ ਹੋ ਜਾਂਦੇ ਹਨ? ਆਪਾ ਵਾਰ ਕੇ ਦੂਜਿਆਂ ਨੂੰ ਸੁੱਖ ਹੋਰ ਕਿਉਂ ਨਹੀਂ ਕੋਈ ਦੇ ਦਿੰਦਾ ਜੇ ਸਧਾਰਨ ਹੀ ਸਨ? ਮਹਾਰਾਜ ਸਾਹਿਬ ਅਸਾਧਾਰਨ ਸਨ, ਦੁਨੀਆ ਤੋਂ ਨਿਰਾਲੇ, ਇੱਕ ਵੱਖਰੇ ਆਪ ਪਾਤਸ਼ਾਹ ਸਨ। ਤੇ ਸਤਿਗੁਰਾਂ ਸਾਨੂੰ ਬੜਾ ਹੀ ਨੇਕ ਆਚਰਣ, ਬੜਾ ਨੇਕ ਜੀਵਨ ਬਖਸ਼ਿਆ ਹੈ। ਤੇ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਸਿੱਖਾਂ ਦੇ ਧੰਦੇ ਸਾੜ ਦਿੱਤੇ ਮਨ ਦੇ ਵਿੱਚੋਂ, ਤਨ ਕਰਕੇ ਤਾਂ ਕਿਰਤ ਕਰਨ ਦਾ ਹੁਕਮ ਕੀਤਾ, ਪਰ ਮਨ ਕਰਕੇ ਨਿਰੰਕਾਰ ਨਾਲ ਜੁੜੇ ਰਹੋ। ਕਹਿੰਦੇ ਨਾ ਵੀ ਚਿੱਤ ਜਿਹੜਾ ਹੈ ਉਹ ਕਰਤਾਰ ਵੱਲ, ਹੱਥ ਕਾਰ ਵੱਲ, ਵੀ ਹੱਥ ਕੰਮਾਂ 'ਚ ਲੱਗੇ ਰਹਿਣ, ਚਿੱਤ ਨਿਰੰਕਾਰ 'ਚ ਲੱਗਾ ਰਹੇ। ਐਸਾ ਹੀ ਨਾਰਾ ਸੀ ਪਾਤਸ਼ਾਹ ਦਾ, ਧੰਦਾ ਸਭ ਜਲਾਇਕ ਹੈ। ਜਿਨ੍ਹਾਂ ਜੀਵਾਂ ਦੇ ਮਹਾਰਾਜ ਨੇ ਸਭ ਤਰ੍ਹਾਂ ਦੇ ਧੰਦੇ ਅੰਦਰੋਂ ਸਾੜ ਦਿੱਤੇ ਹਨ। ਗੁਰ ਨਾਮ ਦੀਆ ਸੱਚ ਸੁਆਓ। ਗੁਰੂ ਸਾਹਿਬ ਨੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਦੇ ਦਿੱਤਾ ਵੀ ਆ ਨਾਮ ਜਪਿਆ ਕਰੋ ਮਨ ਕਰਕੇ। ਇਹੀ ਸੱਚਾ ਸੁਆਓ, ਉਹਨਾਂ ਨੂੰ ਲਾਭ ਪ੍ਰਾਪਤ ਹੋਇਆ ਗੁਰਾਂ ਪਾਸੋਂ। ਆਸਾ ਸਭੇ ਲਾਹੇ ਕੈ। ਤੇ ਨਾਲ ਹੀ ਪਾਤਸ਼ਾਹ ਜੀ ਇਹ ਸਾਨੂੰ ਉਪਦੇਸ਼ ਦਿੰਦੇ ਨੇ, ਆਸਾ ਸਭੇ ਲਾਹੇ ਕੈ, ਕਿ ਸਾਰੀਆਂ ਜਿਹੜੀਆਂ ਆਸਾਂ ਨੇ ਨਾ, ਜੋ ਪਦਾਰਥਾਂ ਦੀ ਆਸ ਹੈ, ਜਿਵੇਂ ਆਸ ਕਰੇ ਸਭ ਕੋਈ, ਹਰ ਕੋਈ ਇੱਕ ਦੂਜੇ ਤੇ ਆਸ ਹੀ ਰੱਖ ਕੇ ਬੈਠਾ। ਕੋਈ ਆਸ ਕਰ ਰਿਹਾ ਵੀ ਫਲਾਨਾ ਮੇਰੇ ਕੰਮ ਆਊ, ਉਹ ਅਗਲਾ ਸੋਚ ਰਿਹਾ ਇਹ ਮੇਰੇ ਕੰਮ ਆਊ। ਸਾਰੀ ਦੁਨੀਆ ਆਸਾ ਵਿੱਚ ਹੀ ਬੱਧੀ ਹੈ। ਜੇ ਆਸ ਕਰਨੀ ਹੈ ਤਾਂ ਉਹ ਆਸ ਕਰੀਏ ਵੀ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ। ਇਹ ਆਸ ਰੱਖੋ ਵੀ ਮਹਾਰਾਜ ਦਰਸ਼ਨ ਪਿਆਸੀ ਦਿਨ ਸਰਾਤ। ਐਸੀ ਆਸਾ ਰੱਖੋ ਵੀ ਦਰਸ਼ਨ ਦੇਖ ਜੀਵਾ ਗੁਰ ਤੇਰਾ। ਐਸੀ ਆਸ ਰੱਖੋ ਵੀ ਮਹਾਰਾਜ ਦਰਸ਼ਨ ਦੇਖਨੇ ਕੀ ਪ੍ਰੀਤ ਮਨ ਲਾਗੀ। ਇਹ ਆਸ ਰੱਖੋ ਜੇ ਰੱਖਣੀ ਆ ਤਾਂ। ਜਿਹੜੀ ਦੁਨੀਆ ਤੋਂ ਆਸ ਰੱਖੀ ਉਹ ਮੇਰੇ ਕੰਮ ਆਊ, ਅਗਲਾ ਸੋਚਦਾ ਇਹ ਮੇਰੇ ਕੰਮ ਆਊ। ਇਹੋ ਜਿਹੀਆਂ ਸਾਰੀਆਂ ਜਿਹੜੀਆਂ ਆਸਾਂ ਹਨ, ਲੋਕ ਪਰਲੋਕ ਦੀਆਂ, ਪਦਾਰਥਾਂ ਦੀਆਂ, ਦੇਵੀ ਦੇਵਤਿਆਂ ਦੀਆਂ, ਸੰਬੰਧੀਆਂ ਦੀਆਂ, ਲਾਹੇ ਕਾ, ਇਹ ਸਾਰੀਆਂ ਲਾ ਦੇ ਆਪਣੇ ਮਨ ਦੇ ਵਿੱਚੋਂ। ਇਹ ਬੋਝ ਨਾ ਰੱਖ। ਇੱਕਾ ਆਸ ਕਮਾਓ। ਇੱਕਾ ਆਸ ਕਮਾਓ। ਇੱਕ ਜੋ ਅਦਵੈਤ ਰੂਪ ਵਾਹਿਗੁਰੂ ਹੈ, ਉਸ ਪਰਮੇਸ਼ਰ ਦੀ ਪ੍ਰਾਪਤੀ ਦੀ ਆਸ ਕਮਾਓ। ਕਮਾਓ ਦਾ ਅਰਥ ਇੱਥੋਂ ਵਿੱਚੋਂ ਅੱਗੇ ਤੋਂ ਅੱਗੇ ਭਗਤੀ ਲੈ ਰਹਿੰਦੇ ਨੇ ਵੀ ਇੱਕ ਦੀ ਆਸਾ ਰੱਖੋ, ਭਾਵ ਪਰਮੇਸ਼ਰ ਤੇ ਡੋਰਾਂ ਸੁੱਟੋ। ਸਭ ਕੁਝ ਜਦੋਂ ਕਰਨ ਵਾਲਾ ਉਹ ਹੈ। ਜਦੋਂ ਮਾਤਾ ਦੇ ਗਰਭ ਵਿੱਚ ਕੋਈ ਦੂਜਾ ਹੈ ਸੀ ਜਿਹੜਾ ਸਹਾਈ ਹੋ ਸਕੇ, ਉੱਥੇ ਉਹ ਹੋਇਆ ਨਾ ਸਹਾਈ ਮਾਲਕ। ਆ ਫਿਰ ਹੁਣ ਨਾ ਹੋਊਗਾ। ਜਿੱਥੇ ਕੋਈ ਸਹਾਈ ਨਹੀਂ ਸੀ ਉੱਥੇ ਜੇ ਹੋ ਸਕਦਾ, ਆ ਸੰਸਾਰ ਦੇ ਵਿੱਚ ਨਹੀਂ ਹੋ ਸਕਦਾ ਮਾਲਕ। ਇਸ ਕਰਕੇ ਉਸ ਇੱਕ ਤੇ ਆਸ ਰੱਖੋ ਵਾਹਿਗੁਰੂ ਤੇ, ਉਹਦੀ ਭਗਤੀ ਦੀ ਕਮਾਈ ਕਰੋ, ਮਾਲਕ ਦਾ ਨਾਮ ਜਪਿਆ ਕਰੋ, ਭਰੋਸਾ ਵਾਹਿਗੁਰੂ ਤੇ ਰੱਖੋ। ਸਤਿਗੁਰ ਸੇਵਿਆ। ਫਿਰ ਪੰਚਮ ਪਾਤਸ਼ਾਹ ਕਹਿੰਦੇ, ਵੇਖੋ ਭਾਈ, ਜਿਨੀ ਸਤਿਗੁਰ ਸੇਵਿਆ, ਜਿਨ੍ਹਾਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਪੂਰਨ ਪਾਤਸ਼ਾਹ ਜਾਣ ਕੇ, ਗੁਰਾਂ ਨੂੰ ਆਪਣਾ ਜਾਣ ਕੇ ਸੇਵਿਆ ਹੈ। ਸੇਵਿਆ ਦੇ ਅਰਥ ਸੇਵਾ ਕਰਨੀ ਵੀ ਹੈ ਤੇ ਸਿਮਰਨ ਕਰਨਾ ਵੀ ਹੈ। ਵੀ ਜਿਨ੍ਹਾਂ ਨੇ ਗੁਰਾਂ ਨੂੰ ਆਪਣਾ ਜਾਣ ਕੇ ਉਹਨਾਂ ਦੀ ਸੇਵਾ ਕੀਤੀ ਹੈ, ਗੁਰੂ ਸਾਹਿਬ ਮਹਾਰਾਜ ਦਾ ਸਿਮਰਨ ਕੀਤਾ ਹੈ। ਧੰਨ ਗੁਰੂ ਨਾਨਕ ਤੁਸੀਂ ਨਿਰੰਕਾਰ ਦਾ ਜਿਨ੍ਹਾਂ ਦੇ ਮਨ 'ਚ ਅਭਿਆਸ ਚੱਲਦਾ ਹੈ, ਉਹਨਾਂ ਨੂੰ ਅੱਗੇ ਫਿਰ ਆਉਣ ਵਾਲੇ ਜੀਵਨ ਦੇ ਵਿੱਚ ਵੀ ਕਹਿੰਦੇ ਵੀ ਸੁਖ ਰੂਪੀ ਥਾਂ ਮਿਲਦਾ। ਜਦੋਂ ਸਰੀਰ ਵੀ ਛੱਡਦੇ ਹਨ ਤਾਂ ਵੀ ਪਰਮੇਸ਼ਰ ਦੇ ਹਜ਼ੂਰ ਬਹਿਣ ਵਾਸਤੇ ਥਾਂ ਪ੍ਰਾਪਤ ਹੁੰਦਾ ਹੈ। ਵੇਖ ਲਓ, ਦੁਨੀਆ ਦੀ ਗੱਲ ਹੀ ਹੈ। ਜੇ ਆਪਣਾ ਕੋਈ ਬਹਿਣ ਨੂੰ ਥਾਂ ਨਾ ਹੋਵੇ, ਕਿਵੇਂ ਬੰਦਾ ਧੱਕੇ ਹੀ ਖਾਂਦਾ ਫਿਰਦਾ ਹੈ ਨਾ। ਕਿਸੇ ਦੇ ਥਾਂ ਤੇ ਵੀ ਬੈਠੇ ਅਗਲਾ 2 4 5 ਦਿਨ ਤਾਂ ਤਰਸ ਕਰਦਾ, ਫਿਰ ਉਹ ਵੀ ਧੱਕੇ ਮਾਰਦਾ ਵੀ ਇੱਥੋਂ ਚੱਲ ਹੁਣ ਤੋਂ, ਵੀ ਇਹ ਤਾਂ ਸਾਡੇ ਜੋਗਾ ਹੀ ਹੈ। ਇਸੇ ਕਰਕੇ ਜਿਵੇਂ ਭਗਤ ਫਰੀਦ ਸਾਹਿਬ ਜੀ ਬੈਠੇ ਸਨ ਨਾ, ਇੱਕ ਦਾਣੇ ਭੁੰਨਣ ਵਾਲੀ ਮਾਈ ਦੇ ਬੂਹੇ ਅੱਗੇ ਅੱਗ ਸੇਕਣ ਲਈ ਬਹਿ ਗਏ। ਉਹਨੇ ਕੰਮੇ ਲਾ ਲਿਆ, ਨੀਂਦ ਆਈ ਤਾਂ ਉਹਨੇ ਗਰਮ ਗਰਮ ਜਿਹੜਾ ਚੋ ਸੀ ਉਹ ਫਰੀਦ ਜੀ ਦੇ ਸਰੀਰ ਤੇ ਲਾ ਦਿੱਤਾ। ਫਰੀਦ ਜੀ ਨੇ ਹੱਥ ਹੀ ਜੋੜ ਲਏ ਮਾਲਕ ਦੇ ਅੱਗੇ ਵੀ ਹੇ ਸੱਚੇ ਪਾਤਸ਼ਾਹ, ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਜੇ ਤੂੰ ਇਹ ਵੈ ਰਖਸੀ ਤਾਂ ਜੀਓ ਸਰੀਰੋ ਲੈ, ਵੀ ਲੋਕਾਂ ਦੇ ਦਰ ਤੇ ਧੱਕੇ ਖਾਣ ਜੋਗਾ ਨਾ ਮੈਨੂੰ ਰੱਖੀ। ਜੇ ਇਦਾਂ ਰੱਖਣਾ ਤਾਂ ਜਿੰਦੀ ਕੱਢ ਲੈ, ਇਹਦੇ ਨਾਲੋਂ ਜਿਉਣ ਦਾ ਕੀ ਫਾਇਦਾ ਹੈ। ਇਸ ਤਰ੍ਹਾਂ ਜੇ ਆਪਣੀ ਥਾਂ ਨਾ ਹੋਵੇ
ਤਾਂ ਦੁਨੀਆ 'ਚ ਹੀ ਬੰਦਾ ਧੱਕੇ ਖਾਂਦਾ ਏ, ਇੱਥੇ ਹੀ ਧੱਕੇ ਖਾਂਦੇ ਨੇ। ਹੈ ਨਹੀਂ ਜੀ, ਇੱਥੇ ਬਹਿ ਕੇ 2 ਦਿਨ ਇੱਥੇ ਉਹ ਆ ਜਾਂਦੇ, ਪਿੰਡ ਵਾਲੇ ਪੰਚਾਇਤ ਵਾਲੇ ਬਹਿਣ ਦਿੰਦੇ ਕਿਸੇ ਬਾਹਰਲੇ ਨੂੰ, ਕਹਿੰਦੇ ਚੱਲ ਪਈ ਇੱਥੋਂ। ਉਹ ਅੱਗੇ ਤੋਂ ਅੱਗੇ ਵਿਚਾਰਾ ਐਵੇਂ ਤੁਰੇ ਫਿਰਦੇ ਹਨ। ਤੇ ਇੱਥੇ ਹੁਣ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਵੀ ਬਸ ਵੇਖ ਲੈ, ਇਹੀ ਹਾਲਤ ਹੋਏਗੀ ਪਰਲੋਕ 'ਚ। ਫਿਰ ਜੇ ਨਾਮ ਨਹੀਂ ਜਪੇਗਾ ਧੱਕੇ ਹੀ ਖਾਏਗਾ ਨਾ, ਜੇ ਗੁਰਾਂ ਦੀ ਸੇਵਾ ਨਹੀਂ ਕਰੇਗਾ। ਉਹਨਾਂ ਨੇ ਕਦੀ ਐਸ ਜੂਨ 'ਚ, ਕਦੀ ਐਸ 'ਚ, ਕਦੀ ਇਹ 'ਚ, 1 ਜੂਨ ਤੋਂ ਅੱਗੇ ਫਿਰ ਇੱਕ ਥਾਂ ਟਿਕਾਣਾ ਕਿੱਥੇ ਆ? ਫਿਰ ਇੱਕ ਨਰਕ, ਦੂਜੇ ਨਰਕ, 18 ਕੁੰਭੀ ਨਰਕ, ਅੱਗੇ ਤੋਂ ਅੱਗੇ ਫਿਰ ਧੱਕੇ ਹੀ ਖਾਵੇਂਗਾ। ਤੇ ਮਹਾਰਾਜ ਧੱਕੇ ਕਿਵੇਂ ਨਾ ਪੈਣਗੇ, ਕਿਵੇਂ ਥਾਂ ਮਿਲੂਗਾ? ਕਹਿੰਦੇ ਸਤਿਗੁਰੂ ਸਾਹਿਬ ਦੀ ਕਿਰਪਾ ਹੋ ਜੇ। ਜਿਨ੍ਹਾਂ ਸਤਿਗੁਰਾਂ ਨੂੰ ਸੇਵਿਆ ਤਿਨ ਅੱਗੇ ਮਿਲਿਆ ਥਾਓ, ਉਹਨਾਂ ਨੂੰ ਅੱਗੇ ਪਰਲੋਕ ਦੇ ਵਿੱਚ ਠਹਿਰਨ ਵਾਸਤੇ ਥਾਂ ਮਿਲ ਗਿਆ। ਵਾਹਿਗੁਰੂ ਦੇ ਚਰਨਾਂ 'ਚ ਜਗ੍ਹਾ ਮਿਲ ਗਈ। ਇੱਥੇ ਵੀ ਉਹਨਾਂ ਨੂੰ ਆਪਣੇ ਸੰਸਾਰ ਦੀ ਅਵਸਥਾ ਤੋਂ ਅੱਗੇ ਹੋਣ ਕਰਕੇ, ਉੱਠਣ ਕਰਕੇ ਸਰੂਪ ਰੂਪੀ ਜੋ ਆਪਣੇ ਅੰਦਰ ਹੀ ਹਿਰਦਾ ਹੈ ਨਾ, ਨਿਜ ਘਰ ਜਿਹਨੂੰ ਮਹਿਲ ਵੀ ਆਖਿਆ ਮਹਾਰਾਜ ਨੇ, ਉਸ ਮਹਿਲ ਦੇ ਵਿੱਚ ਟਿਕਣ ਵਾਸਤੇ ਸੁਖ ਰੂਪੀ ਥਾਂ ਮਿਲ ਗਈ ਹੈ। ਮਨ ਮੇਰੇ ਕਰਤੇ ਨੂੰ ਸਲਾਹੇ। ਜੇ ਆਖੇ ਮਹਾਰਾਜ ਮੈਨੂੰ ਵੀ ਥਾਂ ਕਿਵੇਂ ਮਿਲੇ, ਜੇ ਗੁਰਮੁਖਾਂ ਨੂੰ ਮਿਲੀ ਹੈ ਤਾਂ ਪੰਚਮ ਪਾਤਸ਼ਾਹ ਕਹਿੰਦੇ ਮਨ ਮੇਰੇ, ਹੈ ਮੇਰੇ ਪਿਆਰਿਆ ਮਨਾ, ਕਰਤੇ ਨੋ ਸਲਾਹੇ। ਜੋ ਕਰਤਾ ਹੈ ਕੀਤਾ ਪਸਾਓ, ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਜਿਨੇ ਆਪਣੇ ਇੱਕ ਹੁਕਮ ਦੇ ਨਾਲ ਹੀ ਪਸਾਰਾ ਕੀਤਾ, ਉਹ ਇੱਕ ਕਰਤੇ ਅਕਾਲ ਪੁਰਖ ਨੂੰ ਜਿਹੜਾ ਉਸਾਰੇ ਗੜੇ ਫੇਰ ਮੇਟੇ ਬਣਾਏ, ਉਸਾਰਦਾ ਹੈ, ਢਾ ਦਿੰਦਾ ਹੈ, ਕਰਤਾ ਹੈ ਸਾਰੇ ਜਗਤ ਦਾ। ਉਸ ਮਾਲਕ ਨੂੰ, ਕਰਤਾਰ ਨੂੰ ਸਾਹ ਲਾਹੇ ਸਲਾਇਆ ਕਰ। ਮਨ ਨੂੰ ਤਾਂ ਕੀ ਕਹਿਣਾ ਸੀ ਪੰਜਵੇਂ ਪਾਤਸ਼ਾਹ ਨੇ। ਮਹਾਰਾਜ ਤਾਂ ਆਪ ਹੁਣ ਗੁਰਿਆਈ ਦੇ ਮਾਲਕ ਨੇ। ਅਸਲ 'ਚ ਸਾਨੂੰ ਕਹਿ ਰਹੇ ਨੇ ਵੀ ਹੇ ਭਾਈ, ਹੇ ਗੁਰਸਿੱਖ ਪਿਆਰਿਆ, ਕਰਤਾ ਪੁਰਖ ਵਾਹਿਗੁਰੂ ਦੀ ਸਿਫਤ ਕਰਿਆ ਕਰ, ਮਾਲਕ ਦੀ ਸ਼ਲਾਘਾ ਕਰਿਆ ਕਰ। ਸਭੇ ਛੱਡ ਸਿਆਣਪਾਂ। ਜੋ ਪਰਮੇਸ਼ਰ ਦੀ ਸਿਫਤ ਵਿੱਚ ਰੁਕਾਵਟ ਬਣਦੀ ਹੈ, ਉਹ ਬਣਦੀ ਆਪਣੀ ਸਿਆਣਪ। ਆ ਬੰਦਾ ਸਿਆਣਪਾਂ ਹੀ ਲੈ ਕੇ ਡੁੱਬਦੀਆਂ ਨੇ। ਆ ਪੜ੍ਹਿਆ ਲਿਖਿਆ ਜਿਹੜਾ ਹੈ, ਇਹਨੂੰ ਤਾਂ ਬਹੁਤੀ ਬੰਦਗੀ ਕਰਨੀ ਚਾਹੀਦੀ ਸੀ, ਕਿਉਂਕਿ ਸਿਆਣਾ ਹੋ ਗਿਆ। ਪਰ ਅਫਸੋਸ ਦੀ ਗੱਲ, ਜਿੰਨਾ ਹੀ ਕੋਈ ਅੱਗੇ ਤੋਂ ਅੱਗੇ ਜਾਂਦਾ, ਯੂਨੀਵਰਸਿਟੀਆਂ ਦੇ ਵਿੱਚ ਜਾਂਦਾ, ਓਨਾ ਹੀ ਉਹਦਾ ਦਿਮਾਗ ਖੁਸ਼ਕੀ ਖਾਈ ਜਾ ਰਿਹਾ ਅੱਜ ਕੱਲ੍ਹ। ਉੱਥੇ ਪੜ੍ਹਾਇਆ ਹੀ ਇਹ ਜਾਂਦਾ ਹੈ, ਉੱਥੇ ਲੈਕਚਰ ਹੀ ਇਹ ਦਿੱਤੇ ਜਾਂਦੇ ਨੇ, ਉੱਥੇ ਕੈਂਪਸ ਹੀ ਇਹੋ ਜਿਹੇ ਲੱਗਦੇ ਹਨ, ਮੇਲੇ ਹੀ ਇਹੋ ਜਿਹੇ ਕਰਾਏ ਜਾਂਦੇ ਨੇ, ਜਿੱਥੇ ਬੰਦਾ ਆਪਣੀ ਸਿਆਣਪ ਦੇ ਹੰਕਾਰ ਵਿੱਚ ਹੀ ਮੱਤਿਆ ਜਾਵੇ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਿਆਣਪ, ਜੇ ਸਿਆਣਪ ਦੀ ਗੱਲ ਕਰਦੇ ਆ ਤਾਂ ਰਾਵਣ ਥੋੜਾ ਸਿਆਣਾ ਸੀ। 4 ਵੇਦ ਹਿੰਦੂ ਗੱਲ ਕਰਦੇ ਨੇ ਵੀ 4 ਵੇਦ, ਪਰ ਰਾਵਣ ਨੂੰ ਉਹ ਤਾਂ ਜ਼ਬਾਨੀ ਯਾਦ ਸੀ। 6 ਸ਼ਾਸਤਰ ਹਿੰਦੂ ਧਰਮ ਦੇ ਗ੍ਰੰਥ ਸਨ, ਉਹ ਵੀ ਉਹਨੂੰ ਸਾਰਾ ਕੁਝ ਪਤਾ, ਗਿਆਨੀ ਸੀ। ਇੱਕ ਕਿਤਾਬ ਯਾਦ ਨਹੀਂ ਰੱਖੀ ਜਾਂਦੀ, ਵਿੱਚੋਂ ਲੋਕ ਨੋਟ ਕਰਕੇ ਗੱਲਾਂ ਚੇਤੇ ਕਰਦੇ ਆ, ਕੋਈ ਇੱਕ ਪੂਰੀ ਕਿਤਾਬ ਨਹੀਂ ਚੇਤੇ ਕਰ ਸਕਦਾ। ਉਹਨੇ ਤਾਂ ਵੇਖੋ ਕਿੰਨੇ ਗ੍ਰੰਥ ਯਾਦ ਕੀਤੇ ਸਨ। ਬੜਾ ਸਿਆਣਾ ਸੀ ਉਹ ਵੀ ਆਪਣੇ ਆਪ ਵਿੱਚ। ਸਿਆਣਪ ਲੈ ਡੁੱਬੀ ਨਾ ਹਰਣਾਕਸ਼, ਉਹਦੇ ਵਿੱਚ ਸਿਆਣਪ ਘੱਟ ਸੀ, ਜਿਹਨੇ ਆਪਣੇ ਆਪ ਨੂੰ ਰੱਬ ਦੇ ਬਰਾਬਰ ਹੀ ਕਹਿ ਦਿੱਤਾ ਵੀ ਮੈਂ ਰੱਬ ਹੀ ਹਾਂ। ਇਹ ਤਾਂ ਨਿੱਕੀਆਂ ਜਿਹੀਆਂ ਡਿਗਰੀਆਂ ਜਿਹੀਆਂ ਚੁੱਕ ਕੇ ਪਰਮੇਸ਼ਰ ਤੇ ਉਂਗਲ ਰੱਖਦੇ ਆ। ਹਰਣਾਕਸ਼ ਉਹਨੇ ਤਾਂ ਦੁਨੀਆ ਕੋ ਜਪਾ ਦਿੱਤਾ, ਕਹੋ ਜਲੇ ਹਰਣਾਕਸ਼ ਥਲੇ ਹਰਣਾਕਸ਼। ਲੋਕ ਜਪਣ ਵੀ ਲੱਗ ਪਏ। ਵੇਖੋ ਕਿੱਡੀ ਵੱਡੀ ਸਿਆਣਪ, ਕਿੱਡੀ ਤਾਕਤ ਹੋਵੇਗੀ ਉਹਦੇ 'ਚ ਵੀ ਦੁਨੀਆ ਨੂੰ ਆਪਣਾ ਨਾਮ ਜਪਣ ਲਾ ਲਿਆ। ਤੇ ਪਰ ਫਿਰ ਵੀ ਸਿਆਣਪਾਂ ਉਹਦੀਆਂ ਕਿੱਥੇ ਗਈਆਂ? ਸਿਆਣਪ ਨਾਲ ਹੀ ਵਰ ਲਿਆ ਸੀ ਨਾ। ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ 'ਚ ਮਰਾਂ, ਨਾ ਅਸਤਰ ਨਾ ਮਰਾਂ, ਨਾ ਸ਼ਸਤਰ ਨਾ ਮਰਾਂ, ਨਾ ਜਾਨਵਰ ਕੋ ਮਰਾਂ, ਨਾ ਮਨੁੱਖ ਕੋ ਮਰਾਂ। ਹੋਰ ਕਿੱਡੇ ਵੇਖੋ ਨੇ ਸਿਆਣਪ ਹੀ ਵਿਖਾਈ ਨਾ ਵੀ ਸਾਰੇ ਪਾਸੇ ਘੇਰ ਲੋ, ਭਾਵ ਕੇ ਮਰਾਂ ਹੀ ਨਾ। ਪਰ ਉਹ ਸਿਆਣਪ ਤੋਂ ਅੱਗੇ ਜਿਹਨੇ ਇਹ ਵਰ ਦਿੱਤੇ, ਜਿਹਨੇ ਬਖਸ਼ਿਸ਼ਾਂ ਕਰਨੀਆਂ, ਉਹ ਇਹ ਤੋਂ ਵੀ ਵੱਡਾ ਬੈਠਾ। ਉਹਨੇ ਇਹ ਤੋਂ ਵੀ ਵੱਡੀਆਂ ਸਿਆਣਪਾਂ ਕੀਤੀਆਂ। ਜਿਹਨੂੰ ਦਰਵਾਜ਼ੇ ਦੇ ਵਿਚਕਾਰ ਰੱਖਿਆ ਸੀ ਨਾ ਪੱਟ ਦੇ ਉੱਤੇ, ਤੇ ਨਰਸਿੰਘ ਦਾ ਰੂਪ, ਅੱਧਾ ਮਨੁੱਖ ਦਾ ਅੱਧਾ ਸ਼ੇਰ ਦਾ,
ਤੇ ਵੱਡੇ ਵੱਡੇ ਨੋਹਾਂ ਵਿੱਚੋਂ ਜਦੋਂ ਪਾਲਣ ਲੱਗੇ ਸਨ, ਕਹਿੰਦੇ ਵੀ ਦੱਸ ਦੇ ਕਿ ਤੂੰ ਧਰਤੀ ਤੇ ਕਿ ਨਹੀਂ ਪਿਆ? ਕਹਿੰਦਾ ਨਹੀਂ। ਕਹਿੰਦੇ ਆਕਾਸ਼ 'ਚ ਨਹੀਂ ਨਾ ਉੱਡ ਰਿਹਾ? ਕਹਿੰਦਾ ਨਹੀਂ। ਹੁਣ ਵੇਖ ਆ ਸਾਹਮਣੇ ਕੋਈ ਬੰਦਾ ਮਾਰ ਰਿਹਾ? ਕਹਿੰਦਾ ਨਹੀਂ। ਤੈਨੂੰ ਕੋਈ ਜਾਨਵਰ? ਨਹੀਂ। ਕਹਿੰਦਾ ਹੁਣ ਸ਼ਸਤਰ ਹੈ ਜਾਂ ਅਸਤਰ ਹੈ? ਮੇਰੇ ਕੋਲ ਕੁਝ ਵੀ ਨਹੀਂ। ਨੋਹਾਂ ਦੇ ਨਾਲ ਹੀ ਸਾਧ ਸੰਗਤ ਵਿਚਾਲਿਓਂ ਪਾੜ ਦਿੱਤਾ ਸੀ ਹਰਣਾਕਸ਼ ਨੂੰ। ਸਿਆਣਪ ਨਾ ਵਰ ਲਏ ਸਨ। ਕਿੱਥੇ ਰਹੀ ਸਿਆਣਪ ਉਹਦੀ? ਸਿਆਣਾ ਦੇ ਉਹ ਰੰਗ ਜੇ ਪਾਤਸ਼ਾਹ ਵੀ ਬਹੁਤ ਸੀ, ਉਹ ਆਪਣੀ ਇੰਨੀ ਕੁ ਸਿਆਣਪ ਸੀ ਉਹਦੇ ਕੋਲ ਵੀ ਸ਼ਾਇਦ ਕਹਿੰਦਾ ਵੀ ਮੈਂ ਹੀ ਹਾਂ ਸਭ ਕੁਝ, ਮੇਰੇ ਵਰਗਾ ਧਰਮੀ ਵੀ ਕੋਈ ਨਹੀਂ ਹੈ। ਬਹੁਤ ਬੁਰੀ ਹਾਲਤ ਹੋ ਕੇ ਮਰਿਆ ਉਹ। ਫਿਰ ਹਰ ਕੋਈ ਆਪਣੇ ਆਪ ਵਿੱਚ ਸਿਆਣਾ ਕਹਾਉਂਦਾ। ਸੋ ਇਸ ਕਰਕੇ ਆਪਾਂ ਇੱਧਰ ਸਾਖੀਆਂ ਲਿਜਾਈਏ ਤਾਂ ਬਹੁਤ ਅੱਗੇ ਤੋਂ ਅੱਗੇ ਗੱਲਾਂ ਆਉਣਗੀਆਂ। ਕਹਿਣ ਤੋਂ ਭਾਵ ਇਹੀ ਹੈ ਵੀ ਜਿਹੜੀ ਅਸੀਂ ਸਿਆਣਪ ਮੰਨ ਬੈਠੇ ਹਾਂ, ਅਸਲ 'ਚ ਹੈ ਨਹੀਂ। ਪਰ ਜੇ ਹੈਗੀ ਵੀ ਹੈ ਨਾ, ਤੇਰੇ ਕੋਲ ਕੋਈ ਸਾਇੰਸ ਦੀ ਸਿਆਣਪ ਹੈ, ਜੇ ਤੇਰੇ ਕੋਲ ਪੜ੍ਹਾਈ ਦੀ ਸਿਆਣਪ ਹੈ, ਜੇ ਤੇਰੀ ਕੋਈ ਬੁੱਧੀ ਦੀ ਚਤੁਰਾਈ ਹੈ, ਤੇਰੇ ਕੋਲੋਂ ਵਕੀਲਗਿਰੀਆਂ ਹਨ, ਜੇ ਇਹ ਸਿਆਣਪ ਹੈ ਵੀ ਲੋਕਾਂ ਨੂੰ ਠੱਗਣਾ ਕਿਵੇਂ ਆ, ਜੇ ਇਹਨੂੰ ਤੂੰ ਸਿਆਣਪ ਮੰਨੀ ਬੈਠਾ ਵੀ ਲੋਕਾਂ ਨਾਲ ਛਲ ਕਪਟ ਕਿਵੇਂ ਕਰਨਾ ਹੈ, ਕਿਸੇ ਦੇ ਕੋਲ ਪਏ ਪਦਾਰਥ ਨੂੰ ਕਿਵੇਂ ਆਪਣੇ ਕੋਲ ਬਿਨਾਂ ਲੜਿਆਂ ਲੈ ਕੇ ਆਉਣਾ ਹੈ, ਜੇ ਇਹੋ ਜਿਹੀਆਂ ਸਿਆਣਪਾਂ ਤੇਰੇ ਵਿੱਚ ਹੈ ਨਾ, ਤਾਂ ਆਪਣਾ ਜੇ ਤੂੰ ਭਲਾ ਚਾਹੁੰਦਾ ਹੈ, ਸਭੇ ਛੱਡ ਸਿਆਣਪਾਂ। ਇਹੋ ਜਿਹੀਆਂ ਸਿਆਣਪਾਂ ਸਾਰੀਆਂ ਹੀ ਛੱਡ ਦੇ, ਤਿਆਗ ਕਰਦੇ ਇਹੋ ਜਿਹੀਆਂ ਸਿਆਣਪਾਂ ਦਾ। ਗੁਰ ਕੀ ਪੈਰੀ ਪਾਹੇ, ਗੁਰੂ ਸਾਹਿਬ ਦੇ ਪੈਰੀ ਪੈ ਜਾ, ਮਹਾਰਾਜ ਸਾਹਿਬ ਦੇ ਦਰ ਤੇ ਡਿੱਗ ਪਾ ਵੀ ਹੇ ਸੱਚੇ ਪਾਤਸ਼ਾਹ, ਮੇਰੇ ਕੋਲ ਕੋਈ ਮਤ ਨਹੀਂ ਹੈ, ਮੇਰੇ ਕੋਲ ਕੋਈ ਆਪਣੀ ਬੁੱਧ ਨਹੀਂ ਹੈ, ਹਉ ਅਜਾਨ ਜਾਨ। ਮਹਾਰਾਜ ਮੈਂ ਬਿਲਕੁਲ ਬੇਸਮਝ ਹਾਂ। ਕਈ ਵਾਰ ਆਪਾਂ ਵਿਚਾਰ ਕੀਤੀ, ਗੁਰਮੁਖ ਦੱਸਦੇ ਹੁੰਦੇ, ਕਹਿੰਦੇ ਗੁਰੂ ਘਰ ਜਾਣ ਦਾ ਢੰਗ ਇਹ ਆ ਵੀ ਜਿੱਥੇ ਇੱਕ ਜੋੜੇ ਲਾਉਨੇ ਆ ਨਾ ਆਪਾਂ, ਉੱਥੇ ਕੀ ਕਹਿੰਦੇ ਆਪਣੀ ਸਿਆਣਪ ਰੱਖ ਕੇ ਧਰ ਕੇ ਜਾਵੇ, ਉੱਥੇ ਵੀ ਅੱਗੇ ਜਾਵੇ। ਮਹਾਰਾਜ ਮੇਰੇ ਵਿੱਚ ਕੁਝ ਨਹੀਂ ਸਿਆਣਪ, ਮੈਂ ਬਿਲਕੁਲ ਮੂਰਖ ਹਾਂ, ਤੂੰ ਹੀ ਮਹਾਰਾਜ ਕਿਰਪਾ ਕਰ ਤੇ ਮੈਨੂੰ ਸਮਝ ਬਖਸ਼ ਦੇ, ਮੈਨੂੰ ਸਿਆਣਪ ਬਖਸ਼ ਦੇ। ਇਹ ਸਾਧ ਸੰਗਤ ਜੀ, ਸਿੱਖ ਦੀ ਨਿਤ ਦੀ ਅਰਦਾਸ ਕੀ ਆ ਕਿ ਮਹਾਰਾਜ ਸਾਹਿਬ ਸਾਨੂੰ ਚੰਗੀ ਮਤ ਬਖਸ਼ੋ, ਕਿਉਂਕਿ ਮਤ ਪਤ ਦਾ ਰਾਖਾ ਤੂੰ ਆਪ ਹੀ ਹੈ। ਮਤ ਦੇ ਪਤ ਦੀ ਦਾਤ ਸਿੱਖ ਮੰਗਦੇ ਨੇ ਆਪਣੇ ਗੁਰੂ ਦੇ ਅੱਗੇ, ਰੋਜ਼ ਹੀ ਖੜ ਕੇ ਸੰਗਤੀ ਅਰਦਾਸ ਵਿੱਚ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਸ ਤਰ੍ਹਾਂ ਬੇਨਤੀ ਕਰੋ, ਮਹਾਰਾਜ ਸਾਡੀ ਕੋਈ ਬੁੱਧ ਨਹੀਂ, ਸਾਡੀ ਕੋਈ ਸਮਝ ਨਹੀਂ, ਸਾਡੀ ਕੋਈ ਸਿਆਣਪ ਨਹੀਂ, ਤੇਰੇ ਦਰ ਤੇ ਡਿੱਗ ਪਏ ਆ, ਸਾਰੇ ਦਰ ਛੱਡ ਕੇ ਤੇਰਾ ਓਟ ਆਸਰਾ ਲਿਆ ਹੈ, ਤੇ ਕਿਰਪਾ ਕਰਕੇ ਸਾਨੂੰ ਸਮਝ ਬਖਸ਼ ਦੇ, ਸੋ ਮਤ ਬਖਸ਼ ਦੇ। ਐਵੇਂ ਗੁਰੂ ਸਾਹਿਬ ਦੇ ਪੈਰੀ ਪੈ ਜਾਵੇ ਸਿਆਣਪਾਂ ਛੱਡ ਕਰਕੇ। ਵਿਸ਼ਰਾਮ ਦੇ ਕੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ। ਰਹਾਉ ਦੀਆਂ ਤੁਕਾਂ ਜੋ ਕੇਂਦਰੀ ਭਾਵ ਹੁੰਦੀਆਂ ਨੇ ਸ਼ਬਦ ਦਾ, ਵੀ ਜੋ ਰਹਾਉ 'ਚ ਕਿਹਾ ਵੀ ਸਾਰੇ ਸ਼ਬਦ ਵਿੱਚ ਉਹਦੀ ਵਿਆਖਿਆ ਹੈ ਵੀ ਸਿਆਣਪਾਂ ਛੱਡੋ ਤੇ ਰੱਬ ਦੀ ਸਿਫਤ ਕਰਿਆ ਕਰੋ। ਇਹ ਨਾ ਪੁੱਛੋ ਵੀ ਨਾਮ ਜਪਿਆ ਕੀ ਹੋਊ, ਬਾਣੀ ਪੜਿਆ ਕੀ ਹੋਊ, ਇਹ ਤਰਕ ਬਤਰਕ ਜੇ ਇਹ ਸਭ ਕੁਝ ਛੱਡ ਦਿਓ। ਇਹ ਫੁੱਬਟ ਨਾ ਕਰਿਆ ਕਰੋ, ਬਸ ਸਿੱਧੇ ਹੋ ਕੇ ਭਰੋਸਾ ਰੱਖ ਕੇ ਸਤਿਗੁਰੂ ਮਹਾਰਾਜ ਸਾਹਿਬ ਦਾ ਓਟ ਆਸਰਾ ਲੈ ਕੇ ਕਿਆ ਕਰੋ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਕਰਕੇ ਸਿੱਖ ਨੂੰ ਕਦੀ ਵੀ ਲੇਕਿਨ ਕਿੰਤੂ ਪਰੰਤੂ ਜਿਵੇਂ ਅੱਜ ਦੀ ਬੋਲੀ ਬਟ ਇਹ ਨਹੀਂ ਕਹਿਣਾ ਚਾਹੀਦਾ। ਬਸ ਜਿੰਨਾ ਸਮਾਂ ਮਿਲੇ ਸਿਮਰਨ ਕਰੇ। ਜਿਵੇਂ ਹੁਣ ਸੰਗਤ ਚ ਆਪਾਂ ਜਪਿਆ, ਇੱਕੇ ਸਾਹ ਦੇ ਵਿੱਚ ਤੁਸੀਂ 6-6 ਵਾਰ ਵਾਹਿਗੁਰੂ ਕਿਹਾ ਹੈ ਇੱਕ ਸਾਹ ਦੇ ਵਿੱਚ। ਫਿਰ ਜਿੰਨੇ ਜਾਣਿਆਂ ਨੇ ਮਿਲ ਕੇ ਜਪਿਆ ਓਨਾ ਹੀ ਫਿਰ ਲਾਭ ਹੈ। ਜਿਵੇਂ ਇੱਕ ਦੀਵਾ ਬਾਲੀਏ ਉਹਦੀ ਰੋਸ਼ਨੀ ਓਨੀ ਕਿ ਇੱਕ ਹੋਰ 2-3 ਜਿੰਨੇ ਦੀਵੇ ਜ਼ਿਆਦੇ ਬਾਲਦੇ ਜਾਈਏ, ਬਲਬ ਲੈ ਲਓ, ਇੱਕ ਬਲਬ ਦਾ ਚਾਨਣ 2-4 200, ਫਿਰ ਉਹਦੇ ਨਾਲ ਤਾਂ ਚਿੱਟਾ ਦਿਨ ਚੜ੍ਹਨ ਵਾਲੀ ਹੋਈ ਗੱਲ ਹੋ ਜਾਂਦੀ ਨਾ। ਐਵੇਂ ਜਿੰਨੀਆਂ ਜੋਤਾਂ ਬੈਠੀਆਂ ਤੁਸੀਂ, ਤੁਹਾਡੇ ਅੰਦਰ ਜੋਤ ਹੈ, ਇੱਕ ਦਾ ਜਪਿਆ 2-3 ਰਲ ਕੇ 100-200 ਸੰਗਤ ਨੇ ਜਿਹੜਾ ਜਪਿਆ, ਇਹਦੇ ਨਾਲ ਦਾ ਤਾਂ ਲਾਭ ਹੀ ਨਹੀਂ ਕੋਈ ਫਿਰ ਹੁੰਦਾ। ਸਾਧ ਸੰਗਤ ਸਭ ਤੋਂ ਵੱਡਾ ਲਾਹਾ ਸੰਗਤ 'ਚ ਮਿਲ ਕੇ ਜਪਣਾ ਹੈ। ਘਰ ਬਹਿ ਕੇ ਵੀ ਜਪਣ ਦਾ ਲਾਭ ਹੀ ਲਾਭ ਹੈ, ਪਰ ਸੰਗਤ ਵਿੱਚ ਜਪਣ ਦਾ ਬਹੁਤਾ ਹੀ ਲਾਭ ਹੈ। ਘਰੇ ਬੈਠ ਕੇ ਆਪਾਂ ਸਾਰੇ ਸਾਲ 'ਚ ਉਹਨਾਂ ਲਾਭ ਨਹੀਂ ਲੈਂਦੇ ਜਿੰਨਾ ਲਾਭ ਸੰਗਤ ਦੇ ਵਿੱਚ ਇੱਕੇ ਦਿਨ ਵਿੱਚ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਹੋਰ ਪਾਸੇ ਨਾ ਧਿਆਨ ਖੜਿਆ ਕਰੋ। ਜੇ ਕਿਤੇ ਵੀ ਗੁਰੂ ਘਰ ਵਿੱਚ ਆਉਂਦੇ ਜਾਂਦੇ ਦਰਸ਼ਨ ਕਰਦੇ, ਉਦੋਂ ਧਿਆਨ ਇਹੀ ਹੋਵੇ ਵੀ ਹੁਣ ਜਦੋਂ ਘਰ ਦੇ ਕੰਮ ਵੀ ਛੱਡ ਆਏ ਆ, ਐਡੀ ਦੂਰੋਂ ਚੱਲ ਕੇ ਵੀ ਆ ਗਏ ਆ, ਸਭ ਕੁਝ ਤਿਆਗ ਕੇ ਮੰਜ਼ਿਲ ਤੈਅ ਕਰਕੇ ਜਦੋਂ ਹੁਣ ਗੁਰੂ ਘਰ ਆਏ ਆ ਤੇ ਸਤਿਗੁਰੂ ਦੇ ਦਰ ਤੇ ਆ ਕੇ ਕੋਈ ਮਨੋਰਥ ਹੋਵੇ ਵੀ ਨਾਮ ਜਪਣਾ ਤੇ ਸੇਵਾ ਕਰਨੀ, ਦੂਜਾ ਖਿਆਲ ਹੀ ਨਾ ਆਵੇ ਗੁਰੂ ਘਰ ਵਿੱਚ ਆ ਕੇ। ਕਿਉਂਕਿ ਘਰ ਦੇ ਜੇ ਧੰਦੇ ਹੀ ਕਰਨੇ ਸੀ ਉਹ ਆਪਾਂ ਘਰੇ ਕਰ ਹੀ ਰਹੇ ਸੀ ਨਾ। ਜੇ ਗੱਲਾਂ ਹੀ ਕਰਨੀਆਂ ਸਨ ਉਦੋਂ ਫਿਰ ਧਿਆਨ ਪਿੱਛੇ ਨਾ ਖਿੱਚਿਆ ਕਰੋ। ਉਦੋਂ ਸੇਵਾ ਦੇ ਸਿਮਰਨ ਨਾਲ ਬਿਰਤੀ ਹੋਵੇ, ਸੱਜੇ ਖੱਬੇ ਵੇਖਣਾ, ਇੱਧਰ ਉੱਧਰ ਫਿਰਨਾ। ਇਹ ਟੂਰਿਸਟ ਪਲੇਸ ਗੁਰੂ ਘਰ ਨੂੰ ਨਹੀਂ ਸਮਝਣਾ ਚਾਹੀਦਾ। ਸੈਰਗਾਹ ਨਹੀਂ ਬਣਾਈ ਮਹਾਰਾਜ ਨੇ, ਸਤਿਗੁਰੂ ਸਾਹਿਬ ਜੀ ਨੇ ਸਾਡੇ ਕਲਿਆਣ ਵਾਸਤੇ ਇਹ ਪਾਵਨ ਸਥਾਨ ਪ੍ਰਗਟ ਕੀਤੇ ਆ। ਇਸ ਕਰਕੇ ਵਾਹਿਗੁਰੂ ਦੀ ਸਿਫਤ ਕਰੀਏ। ਰਹਾਉ ਵਿੱਚ ਸਤਿਗੁਰਾਂ ਕਿਹਾ ਏ ਦੁਖ ਭੁਖ ਨਹਿ ਵਿਆਪਾਈ। ਆ ਫੇਰ ਕੀ ਹੋਵੇਗਾ? ਕਹਿੰਦੇ ਜਦੋਂ ਤੂੰ ਨਾਮ ਜਪੇਗਾ ਤੈਨੂੰ ਜੰਮਣ ਮਰਨ ਦਾ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਵਿਆਪੇਗਾ। ਪਦਾਰਥ ਨਾ ਪ੍ਰਾਪਤ ਹੋਣ ਦੀ ਭੁੱਖ ਬੜੀ ਤੰਗ ਕਰਦੀ ਆ, ਉਹ ਨਹੀਂ ਮਿਲਿਆ, ਆ ਨਹੀਂ ਮਿਲਿਆ, ਇਹ ਭੁੱਖ ਨਹੀਂ ਫਿਰ ਤੈਨੂੰ ਤੰਗ ਕਰੇਗੀ। ਜਾਂ ਕਿਸੇ ਪ੍ਰਕਾਰ ਦਾ ਵਿਸ਼ੇ ਵਿਕਾਰਾਂ ਦਾ ਜਾਂ ਮਾੜੇ ਖਿਆਲਾਂ ਦਾ ਦੁੱਖ ਨਹੀਂ ਤੈਨੂੰ ਤੰਗ ਕਰੇਗਾ। ਆਸਾ ਤੇ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਤੈਨੂੰ ਲੱਗੇਗੀ, ਚੰਬੜੇਗੀ ਆ ਕੇ। ਜੇ ਸੁਖ ਦਾਤਾ ਮਨ ਹੋਏ। ਪਰ ਇਹ ਸੰਭਵ ਤਾਂ ਹੈ ਜੇ ਤੇਰੇ ਮਨ ਵਿੱਚ ਸੁੱਖਾਂ ਦੇ ਦੇਣ ਵਾਲਾ ਦਾਤਾ ਵਾਹਿਗੁਰੂ ਵਸਿਆ ਹੋਵੇਗਾ। ਮਾਲਕ ਅੰਦਰ ਬੈਠਾ ਹੋਵੇ, ਮਾਲਕ ਦੀ ਯਾਦ ਦਿਲ ਵਿੱਚ ਹੋਵੇ, ਫਿਰ ਨਾ ਦੁੱਖ ਤੇ ਨਾ ਭੁੱਖ। ਇਹ ਨਹੀਂ ਜੀਵ ਦੇ ਤਾਈਂ ਵਿਆਪਦੇ। ਕਿਤ ਹੀ ਕੰਮ ਨਾ ਸਿਜੀਐ। ਕਿਤ ਹੀ ਕੰਮ ਨਾ ਸਿਜੀਐ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੇਖੋ ਮਨ ਵਿੱਚ ਵਾਹਿਗੁਰੂ ਵਸਿਆ ਹੋਵੇ ਨਾ, ਫਿਰ ਕਿਸੇ ਕੰਮ ਦੇ ਵਿੱਚ ਸਿਜੀਆ ਨਾਮ ਹੁੰਦਾ, ਨਾਸ ਨਹੀਂ ਹੋਈਦਾ। ਫਿਰ ਜਿਹੜੇ ਵੀ ਕੰਮ ਨੂੰ ਹੱਥ ਪਾਈਏ ਉਹਦੇ ਵਿੱਚ ਬਰਕਤਾਂ ਪੈਂਦੀਆਂ ਨੇ, ਉਹ ਘਾਟਾ ਨਹੀਂ ਪੈਂਦਾ। ਕਾਰ ਵਿਹਾਰ ਕਰਦਿਆਂ ਵੀ ਘਾਟੇ 'ਚ ਨਹੀਂ ਜਾਈਦਾ। ਕਿਸੇ ਵੀ ਕਾਰਜ ਨੂੰ ਕਰਨ ਲੱਗਿਆਂ ਰੁਕਾਵਟਾਂ ਨਹੀਂ ਪੈਂਦੀਆਂ। ਦੁਨੀਆ ਦੇ ਕਾਰਜ ਵੀ ਨੇਪਰੇ ਚੜ ਜਾਂਦੇ ਹਨ ਜੇ ਮਨ ਵਿੱਚ ਸੱਚਾ ਹੈ, ਜੇ ਮਨ ਵਿੱਚ ਵਾਹਿਗੁਰੂ ਹੈ ਤਾਂ ਸਭ 9 ਨਿਧੀਆਂ ਭੰਡਾਰ ਪ੍ਰਾਪਤ ਹੋ ਜਾਂਦੇ ਨੇ। ਸਿੱਜੀ ਦਾ ਨਹੀਂ ਹੈ। ਸਿੱਜੀਆ ਤੋਂ ਭਾਵ ਨਾਸ ਹੋਣਾ, ਰੁਕਾਵਟਾਂ ਪੈਣੀਆਂ, ਅੜਚਣਾ ਪੈਣੀਆਂ, ਕਿਸੇ ਕੰਮ ਦੇ ਵਿੱਚ ਸਫਲਤਾ ਨਾ ਮਿਲਣੀ, ਇਹਨੂੰ ਕਹਿੰਦੇ ਵੀ ਸਿੱਜਣਾ, ਨਾਸ ਹੋਈ ਜਾਣਾ, ਘਟਦੇ ਜਾਣਾ। ਤੇ ਜੇ ਮਨ ਵਿੱਚ ਵਾਹਿਗੁਰੂ ਵਸਿਆ ਹੋਵੇਗਾ ਫਿਰ ਕਿਸੇ ਪ੍ਰਕਾਰ ਘਾਟੇ 'ਚ ਨਹੀਂ ਰਹੋਗੇ, ਲਾਭ ਹੀ ਲਾਭ ਹੋਵੇਗਾ। ਕਦੀ ਵੀ ਨਾਸ ਨਹੀਂ ਹੋ। ਜੇ ਕੰਮ ਕਰਦੇ ਆ ਸਿੱਜੀ ਦਾ
ਕਦੋਂ ਕੰਮ ਨਹੀਂ, ਜਿਹੜੇ ਇਹ ਰੁਕਾਵਟ ਬਣਦੇ ਕੰਮਾਂ ਦੇ ਵਿੱਚ ਘਾਟਾ ਕਦੋਂ ਨਹੀਂ ਪੈਂਦਾ, ਪੜ੍ਹ ਹੀ ਦੇਈਦਾ ਹੁੰਦਾ ਨਾ। ਜਾਂ ਹਿਰਦੈ ਸੱਚਾ ਸੋਏ। ਕਿਤੇ ਕੰਮ ਨਾ ਸਿੱਝੀਐ, ਜਾ ਹਿਰਦੈ ਸੱਚਾ ਸੋਏ। ਜਦੋਂ ਹਿਰਦੇ ਦੇ ਵਿੱਚ ਉਹ ਸੱਚਾ ਜੋ ਸ਼ੋਭਾ ਦਾ ਮਾਲਕ ਪਰਮੇਸ਼ਰ ਵਸ ਗਿਆ, ਜਦੋਂ ਵਾਹਿਗੁਰੂ ਦੀ ਯਾਦ ਪਿਆਰਿਆ ਤੂੰ ਆਪਣੇ ਦਿਲ ਵਿੱਚ ਵਸਾ ਲਈ ਨਾ, ਜਦੋਂ ਮਾਲਕ ਨੂੰ ਚੇਤੇ ਕਰਨ ਲੱਗ ਪਿਆ, ਕੰਮ ਕਰਨ ਲੱਗਿਆ, ਨੌਕਰੀ ਤੇ ਜਾਂਦਿਆਂ ਜਦੋਂ ਧਿਆਨ ਹੋਇਆ ਨਾ ਤੇਰਾ ਵਾਹਿਗੁਰੂ ਵੱਲ, ਜਦੋਂ ਫਿਰ ਕੋਈ ਵਪਾਰ ਕਰਨ ਲੱਗਿਆ ਪਰਮੇਸ਼ਰ ਚੇਤੇ ਰਿਹਾ ਤੈਨੂੰ, ਤਾਂ ਕਿਸੇ ਕੰਮ ਵਿੱਚ ਘਾਟਾ ਹੀ ਨਹੀਂ ਪਵੇਗਾ। ਮਨ ਵਿੱਚ ਵਾਹਿਗੁਰੂ ਵਸਿਆ ਹੋਣ ਕਰਕੇ ਕਾਰਜ ਸਾਰੇ ਨੇਪਰੇ ਚੜ ਜਾਣਗੇ। ਜਿਸ ਤੂੰ ਰਖੇ ਹੱਥ ਦੇ। ਤੇ ਪਾਤਸ਼ਾਹ ਅੱਗੇ ਇਸ ਤਰ੍ਹਾਂ ਫਿਰ ਬੇਨਤੀ ਕਰਦਾ ਰਹੇ ਵੀ ਹੇ ਸੱਚੇ ਪਾਤਸ਼ਾਹ ਜੀਓ, ਆਪਣੇ ਆਪ ਨਹੀਂ ਅਸੀਂ ਸਫਲ ਹੋ ਸਕਦੇ, ਆਪਣੇ ਆਪ ਲੋਕ ਪਰਲੋਕ ਦੇ ਕੰਮ ਨਹੀਂ ਸਾਡੇ ਨੇਪਰੇ ਚੜ ਸਕਦੇ। ਜਿਸ ਤੂੰ ਰੱਖਾ ਹੈ ਹੱਥ ਦੇ। ਭਾਵੇਂ ਗੁਰਮੁਖ ਸਾਧ ਸੰਗਤ ਉਦਮ ਕਰਦੇ ਨੇ ਨਾ ਬਹੁਤ, ਪਰ ਫਿਰ ਵੀ ਉਹ ਬੇਨਤੀ ਇਸੇ ਤਰ੍ਹਾਂ ਹੀ ਕਰਦੇ ਰਹਿੰਦੇ ਵੀ ਮਹਾਰਾਜ ਜਿਹਨੂੰ ਤੂੰ ਆਪ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰੱਖਣਾ ਕਰੇ, ਮਾਰ ਨਾ ਸਕੈ ਕੋਈ। ਉਹਨੂੰ ਕੋਈ ਵੀ ਮਾਰ ਨਹੀਂ ਸਕਦਾ, ਉਹਨੂੰ ਨੱਪ ਨਹੀਂ ਸਕਦਾ, ਉਹਦੇ ਰਾਹ ਵਿੱਚ ਕੋਈ ਰੋੜੇ ਨਹੀਂ ਬਣ ਸਕਦਾ। ਕਿਉਂਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਜਿਹਦਾ ਸਾਹਿਬ ਹੀ ਬੜਾ ਡਾਢਾ ਬੇਅੰਤ ਹੋਵੇ ਨਾ, ਉਹਨੂੰ ਫਿਰ ਕੀ ਕੋਈ ਮਾਰ ਸਕਦਾ। ਐਵੇਂ ਗੁਰਮੁਖ ਬੇਨਤੀਆਂ ਕਰਦੇ ਆ, ਆਪਣੇ ਮਨ 'ਚ ਨਾਮ ਜਪੀ ਜਾਵੇ ਤੇ ਅਰਦਾਸ ਇਹੀ ਕਰੇ ਵੀ ਪਾਤਸ਼ਾਹ ਜਿਹਨੂੰ ਤੂੰ ਰੱਖਦਾ ਉਹਨੂੰ ਨਹੀਂ ਕੋਈ ਮਾਰ ਸਕਦਾ। ਸੁਖ ਦਾਤਾ ਗੁਰ ਸੇਵੀਐ। ਹੇ ਭਾਈ, ਸਾਰੇ ਸੁੱਖਾਂ ਦੇ ਦੇਣ ਵਾਲਾ ਦਾਤਾ ਸਤਿਗੁਰੂ ਨਾਨਕ ਪਾਤਸ਼ਾਹ ਹੈ, ਉਹਨਾਂ ਦੀ ਸੇਵਾ ਕਰੀਏ, ਸਿਮਰਨ ਕਰੀਏ ਗੁਰਾਂ ਦੇ ਬਚਨਾਂ ਦਾ। ਸਭ ਅਵਗਣ ਕੱਢੈ ਧੋਏ। ਕਿਉਂਕਿ ਮਹਾਰਾਜ ਜੀ ਕੀ ਕਰਦੇ ਵੀ ਆਪਣੇ ਸਿੱਖ ਦੇ ਮਨ ਵਿੱਚ ਹਿਰਦੇ 'ਚ ਜਿੰਨੇ ਵੀ ਅਵਗਣ ਨੇ ਨਾ, ਇਹਨਾਂ ਨੂੰ ਧੋ ਕੇ ਬਾਹਰ ਕੱਢ ਦਿੰਦੇ ਨੇ। ਜਿਵੇਂ ਕੱਪੜੇ ਦੀ ਮੈਲ ਸਾਬਣ ਤੇ ਪਾਣੀ ਨਾਲ ਧੋ ਕੇ ਕੱਢ ਦਈਦੀ ਹੈ, ਐਵੇਂ ਸਤਿਗੁਰੂ ਸਾਹਿਬ ਜੀ ਕੀ ਕਰਦੇ ਆ ਵੀ ਜਿਹੜਾ ਮਨ ਰੂਪੀ ਬਸਤਰ ਵਿਸ਼ੇ ਵਕਾਰ ਅਵਗਣ ਪਾਪ ਗੁਨਾਹਾਂ ਕਰਕੇ ਗੰਦਲਾ ਹੋਇਆ, ਇਹ ਮਹਾਰਾਜ ਸਾਹਿਬ ਜੀ ਆਪਣਾ ਨਾਮ ਦਾ ਸਾਬਣ ਦੇ ਕੇ, ਵਾਹਿਗੁਰੂ ਦੇ ਪ੍ਰੇਮ ਦਾ ਪਾਣੀ ਪਾ ਕੇ ਤੇ ਉਗਤੀਆਂ ਜੁਗਤੀਆਂ ਰੂਪੀ ਮੁਕੀਆਂ ਮਾਰ ਕਰਕੇ ਉਹਨਾਂ ਬਸਤਰ ਮਨ ਤੇ ਤਾਂ ਸਾਰੇ ਅਵਗੁਣਾਂ ਦੀ ਮੈਲ ਨੂੰ ਅੰਦਰੋਂ ਧੋ ਕੇ ਕੱਢ ਦਿੰਦੇ ਹਨ, ਮਨ ਨੂੰ ਸ਼ੁੱਧ ਕਰ ਦਿੰਦੇ ਨੇ। ਵੱਡੇ ਵੱਡੇ ਪਾਪੀਆਂ ਨੂੰ ਮਹਾਰਾਜ ਨੇ ਸੰਤ ਬਣਾਤਾ, ਭਗਤ ਬਣਾ ਦਿੱਤਾ। ਸੇਵਾ ਮੰਗੈ ਸੇਵਕੋ। ਇਸ ਕਰਕੇ ਬੇਨਤੀ ਇਹੀ ਕਰੇ ਵੀ ਹੇ ਮਹਾਰਾਜ ਜੀਓ, ਸੇਵਾ ਮੰਗੈ ਸੇਵਕੋ, ਮੈਂ ਤੁਹਾਡਾ ਦਾਸ ਤੁਹਾਡਾ ਸੇਵਕ ਸੇਵਾ ਦੀ ਦਾਤ ਮੰਗਦਾ ਹਾਂ ਵੀ ਮੈਨੂੰ ਸਾਧ ਸੰਗਤ ਦੀ ਸੇਵਾ ਕਰਨ ਦੀ ਦਾਤ ਪ੍ਰਾਪਤ ਹੋਵੇ। ਲਾਈਆਂ ਆਪਣੀ ਸੇਵ। ਮਹਾਰਾਜ ਮੈਨੂੰ ਆਪਣੀ ਸੇਵ ਦੇ ਵਿੱਚ ਲਾਉਣਾ ਕਰੋ, ਜਾਂ ਲਾਈਆਂ ਆਪਣੀ ਸੇਵ ਦਾ ਭਾਵ ਹੈ ਵੀ ਜਿਹੜੀਆਂ ਰੂਹਾਂ ਤੁਸੀਂ ਆਪਣੀ ਸੇਵਾ ਵਿੱਚ ਪਹਿਲਾਂ ਹੀ ਲਾਈਆਂ ਨੇ ਨਾ, ਭਾਵ ਜਿਹੜੇ ਗੁਰਮੁਖ ਸੇਵਾ 'ਚ ਲੱਗੇ ਪਹਿਲਾਂ ਹੀ ਮਹਾਂਪੁਰਖ ਰੰਗੇ ਹੋਏ ਹਨ ਮਾਲਕ ਦੀ ਸੇਵਾ ਵਿੱਚ, ਭਗਤੀ ਦੇ ਵਿੱਚ, ਮੈਂ ਦਾਸ ਉਹਨਾਂ ਦੇ ਚਰਨ ਕਮਲਾਂ ਦੀ ਸੇਵਾ ਮੰਗਦਾ ਹਾਂ। ਮੈਨੂੰ ਮਹਾਰਾਜ ਇਹ ਕਿਰਪਾ ਕਰਕੇ ਦਾਤ ਬਖਸ਼ ਦੋ ਵੀ ਮੈਂ ਤੇਰੇ ਪਿਆਰਿਆਂ ਦੀ ਸੇਵਾ ਕਰਦਾ ਰਹਾ, ਸਾਧੂਆਂ ਨਾਲ ਮਿਲ ਕੇ ਸੇਵਾ ਕਰਦਾ ਰਹਾ। ਸਾਧੂ ਸੰਗ ਮਸਕਤਿ। ਸਾਧੂ ਸੰਗ ਮਸਕਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਜੋ ਮਸਕਤੇ ਨਾਮ ਹੈ ਘਾਲ ਦਾ, ਜਿਹੜੀ ਘਾਲ ਹੈ ਨਾ ਸੇਵਾ ਹੈ, ਇਹ ਘਾਲ ਕਰਨੀ ਸੇਵਾ ਕਰਨੀ ਕਿੱਥੋਂ ਪ੍ਰਾਪਤ ਹੁੰਦੀ? ਕਹਿੰਦੇ ਸਾਧੂ ਸੰਗ, ਸਾਧੂਆਂ ਦੀ ਸੰਗਤ ਦੇ ਵਿੱਚ, ਜਿਹੜੇ ਸਾਧੂਆਂ ਦੀ ਸੰਗਤ ਵਿੱਚ ਮਿਲੇ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਉਹ ਮਸਕਤ ਘਾਲ ਕੇ ਗਏ ਨੇ ਸੇਵਾ ਕਰਕੇ, ਫਿਰ ਵਾਹਿਗੁਰੂ ਦੇ ਦਰ ਤੇ ਪਹੁੰਚ ਗਏ ਹਨ। ਦੁਨੀਆ ਵਾਲੋਂ ਚਲੇ ਹੀ ਗਏ ਨੇ, ਸੰਸਾਰ ਦੇ ਮਾੜੇ ਕੰਮ ਕਰਨ ਵੱਲੋਂ ਚਲੇ ਹੀ ਗਏ ਹਨ। ਤੇ ਇਸੇ ਤਰ੍ਹਾਂ ਇਹ ਮਸਕਤ, ਇਹ ਘਾਲ, ਇਹ ਸੇਵਾ, ਇਹ ਮਿਹਨਤ ਕਿੱਥੋਂ ਪ੍ਰਾਪਤ ਹੁੰਦੀ ਹੈ? ਸਾਧੂ ਸੰਗ, ਸਾਧੂਆਂ ਦੀ ਸੰਗਤ ਕਰਕੇ। ਇਹ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਦੀ ਸੰਗਤ ਨਾਲ ਮਿਲ ਕੇ ਹੀ
ਗੁਰੂ ਸਾਹਿਬ ਦੀ, ਵਾਹਿਗੁਰੂ ਦੀ, ਮਹਾਂਪੁਰਖਾਂ ਦੀ ਸੇਵਾ ਦੀ ਘਾਲ ਦੀ ਦਾਤ ਪ੍ਰਾਪਤ ਹੁੰਦੀ ਹੈ। ਤੁਠੈ ਪਾਵਾ ਦੇਵ, ਤੁਠੈ ਪਾਵਾ ਦੇਵ। ਤੇ ਇਹ ਪ੍ਰਾਪਤ ਵੀ ਕਿਵੇਂ ਹੁੰਦੀ ਹੈ? ਕਹਿੰਦੇ ਹੇ ਦੇਵ, ਪ੍ਰਕਾਸ਼ ਰੂਪ ਵਾਹਿਗੁਰੂ ਜਦੋਂ ਤੂੰ ਤਰੁੱਠ ਜਾਵੇਂ, ਤੁਠੈ ਜਦੋਂ ਤੂੰ ਤਰੁੱਠੇ, ਜਦੋਂ ਤੂੰ ਪ੍ਰਸੰਨ ਹੋਵੇ, ਟਹਿਲ ਮਹਿਲ ਤਾ ਕੋ ਮਿਲੈ ਜਾ ਕੋ ਸਾਧ ਕਿਰਪਾਲ। ਜਿਨ੍ਹਾਂ ਦੇ ਪਾਤਸ਼ਾਹ ਜੀਓ ਤੁਸੀਂ ਖੁਸ਼ ਹੁੰਦੇ ਹੋ ਨਾ, ਉਹਨਾਂ ਨੂੰ ਤੇਰੇ ਨਾਮ ਜਪਣ ਵਾਲਿਆਂ ਦੀ ਸੇਵਾ ਕਰਨੀ ਮਿਲਦੀ ਹੈ। ਉਹਨਾਂ ਨੂੰ ਤੇਰੇ ਪ੍ਰਾਪਤੀ ਰੂਪੀ ਮਹੱਲ ਵਿੱਚ ਥਾਂ ਮਿਲਦਾ ਹੈ। ਇਸ ਕਰਕੇ ਮੇਰੇ ਤੇ ਰਹਿਮਤ ਕਰੋ, ਰਹਿਮ ਕਰੋ। ਜਿਹੜੇ ਗੁਰਮੁਖ ਤੇਰੀ ਸੇਵਾ ਵਿੱਚ ਲੱਗੇ, ਤੂੰ ਪਹਿਲਾਂ ਹੀ ਜਿਹੜੀਆਂ ਰੂਹਾਂ ਬੰਦਗੀ ਚਲਾਈਆਂ, ਉਹਨਾਂ ਦੇ ਨਾਲ ਮੈਨੂੰ ਵੀ ਨਾਮ ਦੀ ਸੇਵਾ ਦੀ ਘਾਲ ਦੀ ਦਾਤ ਬਖਸ਼ ਦੇ। ਤੇਰੇ ਖੁਸ਼ ਹੋਇਆ ਇਹ ਮਿਲਣਾ ਹੈ। ਸਭ ਕਿਛ ਵਸਗਤ ਸਾਹਿਬੈ, ਹੇ ਸਾਹਿਬ, ਹੇ ਜਗਤ ਦੇ ਮਾਲਕ ਪਰਮੇਸ਼ਰ, ਸਭ ਕੁਝ ਤੇਰੇ ਵਸਗਤ ਹੀ ਹੈ, ਤੇਰੇ ਵਸ, ਤੇਰੇ ਕਾਬੂ ਵਿੱਚ ਹੀ ਹੈ। ਭਾਵ ਕਿ ਦੁਨੀਆ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਹੈ ਜਿਹੜਾ ਮਾਲਕ ਦੇ ਕਾਬੂ ਵਿੱਚੋਂ ਬਾਹਰ ਹੈ। ਸਭ ਕੁਝ ਪਰਮੇਸ਼ਰ ਦੇ ਹੱਥ ਵੱਸ ਹੈ। ਆਪੇ ਕਰਨ ਕਰੇਵ, ਉਹ ਆਪ ਹੀ ਸਭ ਕੁਝ ਕਰਨ ਕਾਰਨ ਰੂਪ ਹੈ, ਤੇ ਕਰੇਵ ਆਪ ਹੀ ਸਭ ਕਾਰਜਾਂ ਦੇ ਕਰਨ ਵਾਲਾ ਹੈ। ਇੱਕ ਹੁੰਦਾ ਹੈ ਕਾਰਨ ਤੇ ਇੱਕ ਹੁੰਦਾ ਹੈ ਕਾਰਜ। ਜਿਵੇਂ ਸਾਧ ਸੰਗਤ ਜੀ ਭੁੱਖ ਲੱਗੀ ਹੈ, ਇਹ ਕਾਰਨ ਹੈ, ਤੇ ਇੱਕ ਪ੍ਰਸ਼ਾਦਾ ਛਕਿਆ ਫਿਰ ਇਹ ਅੱਗੇ ਕਾਰਜ ਹੈ। ਇਹ ਇਸੇ ਤਰ੍ਹਾਂ ਹੀ ਕਾਰਜ ਤੇ ਕਾਰਨ ਵੀ ਆਪ ਹੀ ਹੈ। ਕਾਰਨ ਵੀ ਉਹੀ ਹੈ ਪਰਮੇਸ਼ਰ, ਤੇ ਉਹ ਸਾਰੇ ਕਾਰਨਾਂ ਨੂੰ ਕਰਨ ਵਾਲਾ ਉਹ ਪਰਮੇਸ਼ਰ ਕਰੇਵ, ਪਰਮੇਸ਼ਰ ਆਪ ਹੀ ਕਾਰਜ ਰੂਪ ਹੈ। ਸੋ ਇਸ ਕਰਕੇ ਉਸ ਮਾਲਕ ਦੇ ਵਸ ਵਿੱਚ ਹੈ, ਸਾਰਾ ਕੁਝ ਉਹਦੇ ਅਧੀਨ ਹੈ, ਉਸ ਵਾਹਿਗੁਰੂ ਦੇ ਕਾਬੂ ਕੰਟਰੋਲ ਦੇ ਵਿੱਚ ਹੈ, ਤੇ ਸਭ ਕਾਰਨਾਂ ਦੇ ਕਰਨ ਵਾਲਾ ਵੀ ਆਪ ਹੀ ਹੈ। ਸਤਿਗੁਰ ਕੈ ਬਲਹਾਰਣਾ, ਇਸ ਕਰਕੇ ਭਾਈ ਆਪਣੇ ਸਤਿਗੁਰੂ ਸਾਹਿਬ ਤੋਂ ਸਦਾ ਬਲਹਾਰ ਕੁਰਬਾਨ ਸਦਕੇ ਜਾਈਏ। ਮਨਸਾ ਸਭ ਪੂਰੇਵ, ਜੋ ਸਤਿਗੁਰੂ ਸਾਹਿਬ ਜੀ ਸਿੱਖ ਦੀਆਂ ਸਾਰੀਆਂ ਹੀ ਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ, ਪੂਰੀਆਂ ਕਰ ਦਿੰਦੇ ਨੇ। ਸਤਿਗੁਰੂ ਸਾਹਿਬ ਜੀ ਸਭ ਮਨੋਰਥ ਸਿੱਖ ਦੇ, ਜਿਹੜੇ ਲੋਕ ਪਰਲੋਕ ਦੇ ਜੋ ਲੋੜਾਂ ਹਨ, ਜੋ ਗ੍ਰਸਤ ਦੀਆਂ ਲੋੜਾਂ ਨੇ, ਜੋ ਪਰਮਾਰਥ ਦੀ ਪ੍ਰਾਪਤੀ ਦੀ ਇੱਛਾ ਹੈ, ਇਹ ਸਾਰੀਆਂ ਸਿੱਖ ਦੀਆਂ ਮਨਸਾਵਾਂ, ਮਨ ਦੀਆਂ ਵਾਸ਼ਨਾ। ਇੱਥੇ ਵਾਸ਼ਨਾਵਾਂ ਉਹ ਨਹੀਂ ਹੈ ਜੋ ਵਕਾਰ ਭੋਗਣ ਵਾਲੀਆਂ, ਇੱਥੇ ਜੋ ਮਾਲਕ ਨੂੰ ਮਿਲਣ ਵਾਲੀ ਇੱਛਾ ਹੈ, ਜੋ ਮਨਸਾ ਹੈ, ਜੋ ਬੁੱਧੀ ਦੇ ਵਿੱਚ ਵਿਚਾਰ ਹੈ ਵੀ ਮੈਂ ਵੀ ਪਰਮੇਸ਼ਰ ਨਾਲ ਮਿਲਾਂ, ਮਹਾਂਪੁਰਖਾਂ ਦੀ ਸੇਵਾ ਕਰਾਂ, ਮੈਂ ਵੀ ਸੰਸਾਰ ਵਿੱਚ ਰਹਿੰਦਿਆਂ ਕਿਰਤ ਕਮਾਈ ਕਰਦਿਆਂ ਦਸਵੰਧ ਦੇਵਾਂ, ਵੰਡ ਕੇ ਛਕਾਂ, ਕਿਸੇ ਲੋੜਵੰਦ ਦੀ ਮਦਦ ਕਰਾਂ, ਪਰਉਪਕਾਰੀ ਜੀਵਨ ਹੋਵੇ, ਨਿਰੰਕਾਰੀ ਜੀਵਨ ਹੋਵੇ। ਇਸ ਤਰ੍ਹਾਂ ਦੀ ਜਿਨ੍ਹਾਂ ਦੀ ਮਨਸਾ ਹੈ, ਇਹ ਸਤਿਗੁਰੂ ਸਾਹਿਬ ਜੀ ਪੂਰੀ ਕਰ ਦਿੰਦੇ ਹਨ। ਤੇ ਸਾਨੂੰ ਤਾਂ ਮਹਾਰਾਜ ਕਹਿੰਦੇ ਵੇਖੋ ਗੁਰਾਂ ਦੀ ਐਸੀ ਕਿਰਪਾ ਹੋਈ ਹੈ ਵੀ ਇੱਕੋ ਅਕਾਲ ਪੁਰਖ ਵਾਹਿਗੁਰੂ ਹੀ ਸਾਨੂੰ ਆਪਣਾ ਇਸ ਲੋਕ ਦੇ ਵਿੱਚ ਸਹਾਈ ਹੋਣ ਵਾਲਾ ਸੱਜਣ ਦਿਖਦਾ ਏ। ਇੱਕੋ ਵਾਹਿਗੁਰੂ ਹੀ ਅੱਗੇ ਪਰਲੋਕ ਵਿੱਚ ਸਾਡਾ ਭਾਈ ਹੈ, ਸਾਡਾ ਮੀਤ ਮਿੱਤਰ ਹੈ, ਮਿੱਤਰਾਂ ਭਰਾਵਾਂ ਦੀ ਨਿਆਈ ਮਦਦਗਾਰ ਵੀ ਸਾਡਾ ਇੱਕ ਵਾਹਿਗੁਰੂ ਹੀ ਹੈ। ਕਿਉਂਕਿ ਇੱਕ ਸੈ ਦੀ ਸਾਮਗਰੀ ਹੈ, ਸਾਰੀ ਜੋ ਸਮੱਗਰੀ ਹੈ ਨਾ, ਸਮੱਗਰ ਹੁੰਦਾ ਵੀ ਸਮੂਹ, ਸਾਰਾ ਹੀ ਜੋ ਸੰਸਾਰ ਹੈ, ਜੋ ਪਦਾਰਥ ਨੇ, ਸਰੀਰ ਨੇ, ਸਵਾਸ ਨੇ, ਜੋ ਕੁਝ ਵੀ ਹੈ ਵਸਤੂ, ਉਹ ਸਭ ਕੁਝ ਇੱਕ ਵਾਹਿਗੁਰੂ ਦਾ ਹੀ ਹੈ, ਉਹਨੇ ਹੀ ਪੈਦਾ ਕੀਤਾ ਹੈ। ਤੇ ਮਰਿਆਦਾ ਜੋ ਨਿਯਮ ਕਾਨੂੰਨ ਹੈ, ਉਹ ਵੀ ਇੱਕ ਸੈ ਇੱਕ ਵਾਹਿਗੁਰੂ ਦਾ ਹੀ ਚੱਲਦਾ ਹੈ, ਉਹਦੀ ਮਰਿਆਦਾ 'ਚ ਹੀ ਸ੍ਰਿਸ਼ਟੀ ਚੱਲ ਰਹੀ ਹੈ। ਉਸ ਮਾਲਕ ਦੇ ਨਿਯਮ ਦੇ ਵਿੱਚ ਸੂਰਜ, ਚੰਦਰਮਾ, ਤਾਰੇ, ਧਰਤੀ, ਬਾਕੀ ਗ੍ਰਹਿ ਅਤੇ ਸੰਸਾਰ ਦੇ ਆਪਾਂ ਜੀਵ, 84 ਲੱਖ ਜੂਨੀਆਂ, ਪੌਣ, ਪਾਣੀ, ਇਹ ਸਾਰਾ ਕੁਝ ਵਾਹਿਗੁਰੂ ਦੀ ਮਰਿਆਦਾ ਵਿੱਚ ਹੀ ਚੱਲ ਰਿਹਾ, ਉਹਦੇ ਨਿਯਮ ਮੁਤਾਬਕ। ਤਾਈਓ ਕਈ ਵਾਰ ਸਿੱਧਾ ਕੋਈ ਪਰਮੇਸ਼ਰ ਦਾ ਨਾਂ ਤਾਂ ਨਹੀਂ ਲੈਂਦੇ, ਕਹਿੰਦੇ ਨਾ ਵੀ ਕੁਦਰਤ ਨਾਲ ਛੇੜਛਾੜ ਕਰਨੀ ਮਹਿੰਗੀ ਪੈਂਦੀ ਮਨੁੱਖ ਨੂੰ, ਵੀ ਜੋ ਰੱਬੀ ਤੌਰ ਤੇ ਨਿਯਮ ਚੱਲ ਰਹੇ, ਜਦੋਂ ਉਹ 'ਚ ਕੋਈ ਆਪਣੇ ਆਪ ਦੇ ਵਿੱਚ ਸਿਆਣਪ ਵਿਖਾਉਂਦਾ ਹੈ
ਤਾਂ ਫਿਰ ਕਿੰਨੇ ਵਿਘਨ ਪੈਂਦੇ, ਕਿੰਨੀਆਂ ਰੁਕਾਵਟਾਂ ਪੈਂਦੀਆਂ ਹਨ। ਆ ਜਿੰਨੇ ਵੀ ਹੁਣ ਅੱਜ ਦੇ ਦੁੱਖ ਭੁੱਖ ਰੋਗ ਬਿਮਾਰੀਆਂ ਮਨੁੱਖ ਨੇ ਪਰਮੇਸ਼ਰ ਦੀ ਮਰਿਆਦਾ 'ਚ ਵਿਘਨ ਪਾ ਕੇ ਹੀ ਆਪਣੇ ਆਪ ਨੂੰ ਲਾਈਆਂ ਹਨ। ਵੱਡੀਆਂ ਵੱਡੀਆਂ ਫੈਕਟਰੀਆਂ ਦੀ ਵੀ ਮੰਗ ਵੀ ਹੈ ਇਹਦੀ ਵੀ ਬਹੁਤ ਵੱਡੇ ਕਾਰਖਾਨੇ ਹੋਣ, ਫਿਰ ਉਹ 1000 ਫੁੱਟ ਡੂੰਘਾ ਥੱਲੇ ਬੋਰ ਕਰਕੇ ਉਹ ਗੰਦਾ ਪਾਣੀ ਵੀ ਸਿੱਧਾ ਧਰਤੀ 'ਚ ਸਿੱਟ ਰਹੇ ਨੇ। ਇਹਨਾਂ ਦੇ ਮਨ ਦੇ ਵਿੱਚ ਹੈ ਵੀ ਆਹ ਵੀ ਪ੍ਰਾਪਤ ਹੋ ਜਾਵੇ। ਆ ਜਿਵੇਂ ਇੱਕ ਪਾਸੇ ਉਹ ਸ਼ਰਾਬ ਜੇ ਬਣਾਉਣ ਵਾਲਿਆਂ ਨੂੰ ਸੱਦੀ ਜਾਂਦੇ ਸਨ ਵੀ ਇੱਥੇ ਫੈਕਟਰੀ ਲੱਗ ਜੂ। ਲੋਕ ਬੜੇ ਖੁਸ਼ ਵੀ ਪਤਾ ਨਹੀਂ ਕੀ ਬਣ ਜੂਗਾ। ਜਦੋਂ ਲੱਗ ਗਈ ਫਿਰ ਉਦਣ ਤੋਂ ਲੈ ਕੇ ਅੱਜ ਤੱਕ ਰੋਂਦੇ ਹੀ ਆ ਵੀ ਇੱਥੇ ਕਾਹਤੋਂ ਲੱਗ ਗਈ। ਇਸ ਕਰਕੇ ਮਨੁੱਖ ਮਾਲਕ ਦੇ ਨਿਯਮ ਤੋਂ ਬਾਹਰ ਜਿੰਨੇ ਵੀ ਕਾਰਜ ਕਰਮ ਕਰਦਾ ਹੈ ਉਹਦੇ ਨਾਲ ਇਹਨੂੰ ਦੁੱਖ ਭੁੱਖ ਹੀ ਵਿਆਪਦੇ, ਰੋਗ ਬਿਮਾਰੀਆਂ ਹੀ ਵਿਆਪਦੀਆਂ ਨੇ। ਤੇ ਇਹ ਸਮਝ ਲਓ ਭਾਈ ਇੱਕ ਪਰਮੇਸ਼ਰ ਦੀ ਹੀ ਮਰਿਆਦਾ ਕੰਮ ਕਰ ਰਹੀ ਸਾਰੇ ਸੰਸਾਰ ਵਿੱਚ। 5 ਤੱਤਾਂ ਦੇ ਨਾਲ ਇਹ ਸਰੀਰ ਬਣਿਆ ਹੈ, ਇਹ ਮਰਿਆਦਾ ਪਰਮੇਸ਼ਰ ਦੀ ਹੈ। ਜੇ ਵਾਹਿਗੁਰੂ ਦੀ ਮਰਿਆਦਾ ਤੋਂ ਵੱਖਰਾ ਕੁਝ ਹੁੰਦਾ ਤੇ ਕੋਈ 6ਵਾਂ ਤੱਤ ਹੀ ਬਣਾ ਕੇ ਵਿਖਾ ਦਿੰਦਾ, ਨਹੀਂ ਨਾ ਬਣਿਆ ਕਿਸੇ ਕੋਲ। 5 ਤੱਤਾਂ ਦੀ ਦੇਹ ਹੀ ਵਾਹਿਗੁਰੂ ਨੇ ਬਣਾਈ ਹੈ ਤੇ ਸਦੀਆਂ ਤੋਂ ਉਹੀ ਉਸੇ ਤਰ੍ਹਾਂ ਹੀ ਬਣ ਰਹੀ ਹੈ। ਜਿਹੜਾ ਕਰੋੜਾਂ ਸਾਲ ਪਹਿਲਾਂ ਮਨੁੱਖ ਜਿਵੇਂ ਜਨਮ ਲੈਂਦਾ ਸੀ, ਜਨਮ ਅੱਜ ਵੀ ਉਵੇਂ ਹੀ ਲੈ ਰਿਹਾ ਹੈ। ਬਸ ਇਹ ਭੁਲੇਖਾ ਹੀ ਹੈ ਇਹਨੂੰ ਵੀ ਮੈਂ ਪਤਾ ਨਹੀਂ ਸਿਆਣਾ ਹੋ ਗਿਆ, ਮੈਂ ਸਮਝਦਾਰ ਹੋ ਗਿਆ, ਮੈਂ ਕਹਿੰਦਾ ਵੀ ਬਹੁਤ ਅਗਾਂਹ ਵਧੂ ਹੋ ਗਿਆ ਹਾਂ। ਇਹ ਮਾਲਕ ਦਾ ਹੀ ਸਾਰਾ ਕੁਝ ਹੈ। ਇੱਕ ਵਾਹਿਗੁਰੂ ਦੀ ਮਰਿਆਦਾ ਸੰਸਾਰ ਵਿੱਚ ਕੰਮ ਕਰ ਰਹੀ ਹੈ। ਜੇ ਪਰਮੇਸ਼ਰ ਦੀ ਮਰਿਆਦਾ ਹੈ ਤਾਂ ਹੀ ਅਸੀਂ ਸਾਹ ਲੈ ਰਹੇ ਹਾਂ। ਜੇ ਲੋਕਾਂ ਦੀ ਸਰਕਾਰਾਂ ਦੀ ਮਰਿਆਦਾ ਲਾਗੂ ਹੋ ਜਾਵੇ ਤੇ ਸਾਹ ਲੈਣਾ ਵੀ ਔਖਾ ਹੋ ਜਾਵੇ, ਕਿਉਂਕਿ ਇੱਥੇ ਵੀ ਟੈਕਸ ਮੰਗਣਗੇ ਵੀ ਇੰਨੇ ਸਾਹ ਲੈ ਲਏ ਹਨ ਤੋਂ। ਇਸੇ ਕਰਕੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਮਨ ਇੱਕ ਵਾਹਿਗੁਰੂ ਨਾਲ ਹੀ ਮੰਨਿਆ ਵੀ ਸਭ ਕੁਝ ਮਾਲਕਾ ਤੂੰ ਹੀ ਹੈ। ਫਿਰ ਜਦੋਂ ਤੇਰਾ ਹੀ ਹੁਕਮ ਹੈ, ਤੇਰੇ ਹੀ ਪਦਾਰਥ ਨੇ, ਤੂੰ ਹੀ ਸਭ ਕੁਝ ਦੇਣਾ, ਜੀਵਨ ਹੀ ਤੂੰ ਦਿੱਤਾ, ਮੌਤ ਵੀ ਤੇਰੇ ਹੱਥ ਵੱਸ ਹੈ, ਸਭ ਕੁਝ ਤੇਰਾ ਦਿੱਤਾ ਹੀ ਖਾਂਦੇ ਪਹਿਨਦੇ ਭੋਗਦੇ ਆ। ਫਿਰ ਹੋਰ ਪਾਸੇ ਮਨ ਕਿਉਂ ਲਾਉਣਾ ਹੋਇਆ? ਗੁਰਮੁਖਾਂ ਨੇ ਇੱਕ ਵਾਹਿਗੁਰੂ ਦੇ ਵਿੱਚ ਹੀ ਆਪਣਾ ਮਨ ਜੋੜ ਲਿਆ ਏ। ਨਿਹਚਲ ਚੀਤ ਤੇ ਜਿਨ੍ਹਾਂ ਦਾ ਮਨ ਇੱਕ ਵਿੱਚ ਮੰਨ ਗਿਆ, ਸਤਿਗੁਰੂ ਕਹਿੰਦੇ ਸਾਡਾ ਵੀ ਮਨ ਇੱਕ ਵਿੱਚ ਹੀ ਮੰਨ ਗਿਆ। ਜਦੋਂ ਮੰਨਿਆ ਇੱਕ ਦੇ ਉੱਤੇ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ, ਤਾਂ ਜਿਹੜਾ ਚਿੱਤ ਡਿੱਕੋ ਡੋਲੇ ਖਾਂਦਾ ਸੀ ਉਹ ਹੁਣ ਡਿੱਗੈ ਨਾ ਡੋਲੇ, ਦ੍ਰਿੜ ਕਰ ਰਹੇ ਹੋ। ਉਹ ਹੁਣ ਡਿੱਗਦਾ ਡੋਲਦਾ ਨਹੀਂ, ਦ੍ਰਿੜ ਹੋ ਗਿਆ, ਇੱਕ ਥਾਂ ਤੇ ਅਚਲ ਹੋ ਗਿਆ ਹੈ। ਦੁੱਖਾਂ ਦੇ ਵਿੱਚ ਭੁੱਖਾਂ ਦੇ ਵਿੱਚ ਡੋਲਣ ਤੋਂ ਵਿਆਪਣ ਤੋਂ ਰਹਿਤ ਹੋ ਗਿਆ ਏ। ਸੱਚ ਖਾਣਾ ਜਿਵੇਂ ਸਾਧ ਸੰਗਤ ਜਿਹੜਾ ਕਟੋਰੇ ਦਾ ਪਾਣੀ ਹੁੰਦਾ ਹੈ ਨਾ, ਇਹ ਉਛਲ ਜਾਂਦਾ, ਪਰ ਸਮੁੰਦਰ ਵੇਖੋ ਕਿੱਡਾ ਵੱਡਾ ਹੈ। ਜਿਵੇਂ ਕਟੋਰੇ ਦਾ ਪਾਣੀ ਹੈ ਤੂੰ ਠੰਡ ਹੋਵੇ ਤਾਂ ਠੰਡਾ ਹੋ ਜਾਂਦਾ ਏ, ਛੰਨੇ ਦੇ ਪਾਣੀ ਨੂੰ ਧੁੱਪ ਲੱਗੇ ਤਾਂ ਤੱਤਾ ਹੋ ਜਾਂਦਾ ਏ। ਸਮੁੰਦਰ ਦਾ ਪਾਣੀ ਉਹ ਤਾਂ ਨਹੀਂ ਬਾਹਰ ਰੁੜਦਾ, ਫੇਰ ਉੱਥੇ ਹੀ ਜਾ ਸਮਾਉਂਦਾ। ਉਹ ਗਰਮੀਆਂ 'ਚ ਗਰਮ ਨਹੀਂ ਤੇ ਸਰਦੀਆਂ 'ਚ ਠੰਡਾ ਨਹੀਂ, ਉਹਦਾ ਆਪਣਾ ਹੀ ਹੈ ਜੋ ਵੀ ਹੈ। ਇਸੇ ਤਰ੍ਹਾਂ ਹੀ ਗੁਰਮੁਖ ਹਨ, ਉਹ ਛੰਨੇ ਦੇ ਪਾਣੀ ਵਾਂਗ ਫਿਰ ਡੋਲਦੇ ਨਹੀਂ, ਸਮੁੰਦਰ ਵਾਂਗ ਅੜੋਲ ਹੋ ਕੇ ਰਹਿੰਦੇ ਹਨ। ਸੱਚ ਖਾਣਾ ਸੱਚ ਪਹਿਨਣਾ, ਉਹਨਾਂ ਦਾ ਸੱਚ ਹੀ ਖਾਣਾ ਹੈ। ਸੱਚੇ ਨਾਮ ਦਾ ਜਿਹੜਾ ਉਹ ਸਰਵਣ ਕਰਦੇ ਹਨ, ਇਹੀ ਖਾਣਾ ਕਰਦੇ ਨੇ, ਸੱਚ ਪਹਿਨਣਾ। ਤੇ ਜੋ ਸੱਚੇ ਨਾਮ ਦਾ ਫਿਰ ਮੰਨਣ ਕਰਦੇ ਹਨ ਵੀ ਜੋ ਮਹਾਰਾਜ ਨੇ ਕਿਹਾ ਸਾਡੇ ਭਲੇ ਦਾ ਹੈ, ਇਹੀ ਉਹਨਾਂ ਨੇ ਆਪਣਾ ਪਹਿਨਣਾ, ਚੰਗੀਆਂ ਚੰਗੀਆਂ ਪੁਸ਼ਾਕਾਂ ਮੰਨੀਆਂ ਨੇ ਜਾਂ ਸੱਚ ਖਾਣਾ। ਜਿਹੜੇ ਗੁਰਮੁਖ ਨੇ ਉਹ ਜੋ ਸੱਚ ਨਾਮ ਨੂੰ ਜਪਦੇ ਹਨ, ਇਹੀ ਉਹਨਾਂ ਦੀ ਰੂਹ ਦੀ ਖੁਰਾਕ ਹੈ। ਸੱਚ ਪਹਿਨਣਾ, ਉਹ ਸੱਚੇ ਨਾਮ ਦਾ ਹੀ ਐਸਾ ਪਹਿਨਣਾ ਕਰਦੇ ਹਨ ਵੀ ਜਿਸ ਨੂੰ ਪਹਿਨਣ ਕਰਕੇ ਫਿਰ ਦਰਗਾਹੇ ਜਾ ਕੇ ਬੇਪਤੇ ਨਹੀਂ ਹੋਈਦਾ, ਫਿਰ ਕਦੀ ਨੰਗੇ ਨਹੀਂ ਹੋਈਦਾ। ਇੱਕ ਤਾਂ ਸਰੀਰਕ ਨਗਨ ਹੈ, ਇੱਕ ਹੈ ਇੱਜ਼ਤ ਕਰਕੇ ਟਕੇ ਰਹਿਣਾ। ਜਿਨ੍ਹਾਂ ਸੱਚੇ ਨਾਮ ਨੂੰ ਪਹਿਨਣਾ ਕੀਤਾ ਹੈ ਉਹ ਫਿਰ ਸਦਾ ਸਾਧ ਸੰਗਤ ਲੋਕ ਪਰਲੋਕ ਵਿੱਚ ਇੱਜ਼ਤ ਕਰਕੇ ਟਕੇ ਰਹਿੰਦੇ ਨੇ। ਜਾਂ ਜਿਹੜੇ ਗੁਰਮੁਖ ਹਨ, ਸੱਚ ਨਾਮ ਹੁੰਦਾ ਸਫਲੇ ਦਾ, ਉਹਨਾਂ ਦਾ ਭੋਜਨ ਖਾਣਾ ਵੀ ਸੱਚ ਸਫਲਾ ਹੀ ਹੈ, ਕਿਉਂਕਿ ਉਹ ਧਰਮ ਦੀ ਕਿਰਤ ਕਰਕੇ ਖਾਂਦੇ ਨੇ। ਸੱਚ ਪਹਿਨਣਾ, ਉਹਨਾਂ ਦਾ ਪਹਿਨਣਾ ਵੀ ਸਫਲਾ ਹੈ। ਕਿਉਂ? ਕਿਉਂਕਿ ਉਹ ਲਿਸ਼ਕ ਪੁਸ਼ਕ ਤੋਂ ਪਰੇ ਕੇਵਲ ਪਰਦਾ ਢੱਕਣ ਵਾਸਤੇ ਤਨ ਤੇ ਵਸਤਰ ਪਹਿਨਦੇ ਹਨ। ਏਕ ਨਾਮ
ਨਾਨਕ ਸੱਚ ਕੀਤ। ਪੰਜਵੇਂ ਪਾਤਸ਼ਾਹ ਕਹਿੰਦੇ ਇਹਦਾ ਕਾਰਨ ਇਹ ਹੈ ਵੀ ਉਹਨਾਂ ਨੇ ਟੇਕ ਹੀ ਸੱਚੇ ਨਾਮ ਦੀ ਕੀਤੀ, ਆਸਰਾ ਹੀ ਸੱਚੇ ਨਾਮ ਦਾ ਆਪਣੇ ਅੰਦਰ ਲੈ ਲਿਆ। ਜਿਨ੍ਹਾਂ ਨੇ ਆਸਰਾ ਹੀ ਸੱਚ ਦਾ ਧਾਰਿਆ, ਜਿਨ੍ਹਾਂ ਦੀਆਂ ਨੀਹਾਂ ਹੀ ਸੱਚੀਆਂ ਨੇ, ਜਿਨ੍ਹਾਂ ਨੇ ਬੁਰਜੀ ਸੱਚ ਨਾਮ ਦੇ ਕੱਢੇ ਹਨ, ਫਿਰ ਉਹਨਾਂ ਦੀ ਇਮਾਰਤ ਮਹੱਲ ਵੀ ਤਾਂ ਸੱਚਾ ਹੀ ਹੋਵੇਗਾ ਨਾ। ਐਵੇਂ ਗੁਰਮੁਖ ਜਨਾਂ ਦਾ ਇਹ ਜੀਵਨ ਹੈ। ਵੇਖੋ, ਉਹ ਸੱਚ ਨਾਮ ਨੂੰ ਜਪਦਿਆਂ ਹੀ ਖਾਂਦੇ ਨੇ, ਸੱਚ ਨੂੰ ਜਪਦਿਆਂ ਹੀ ਪਹਿਨਦੇ ਹਨ। ਜਿਵੇਂ ਇਹ ਕਈਆਂ ਦਾ ਇਦਾਂ ਦਾ ਨਿਯਮ ਹੁੰਦਾ ਵੀ ਉਹ ਜੇ ਭੋਜਨ ਖਾਂਦੇ ਹਨ ਨਾ ਤਾਂ ਉਹ ਖਵਾਜੇ ਦੇ ਨਾਂ ਦਾ ਕਈ ਹਿੱਸਾ ਕੱਢਦੇ ਨੇ। ਉਹ ਕਹਿੰਦੇ ਵੀ ਉਹਨੂੰ ਦਈਏ ਤਾਂ ਫੇਰ ਠੀਕ ਰਹਿੰਦਾ, ਜਾਂ ਕਿਸੇ ਦੇਵਤੇ ਦੇ ਨਾਂ ਦਾ ਹਿੱਸਾ ਕੱਢਦੇ ਕਈ ਲੋਕ। ਜੇ ਕੋਈ ਨਵਾਂ ਕੱਪੜਾ ਪਹਿਨਦੇ ਨੇ ਤਾਂ ਆਮ ਹੀ ਕਹਿ ਦਿੰਦੇ, ਪੁਰਾਣੀਆਂ ਮਾਈਆਂ ਵੀ ਕਹਿ ਦਿੰਦੀਆਂ ਸੀ ਵੀ ਸੂਰਜ ਵੱਲ ਨੂੰ ਮੂੰਹ ਕਰਕੇ ਪਾਈ ਸੁਹੰਡਣੇ ਆਉਣਗੇ। ਉਹ ਦੇਵਤਿਆਂ ਨਾਲ ਜੁੜੇ ਨੇ ਨਾ। ਪਰ ਗੁਰਮੁਖ ਕੀ ਕਰਦੇ ਆ, ਨਾਮ ਜਪ, ਖਾਣਾ ਖਾਣ ਲੱਗਿਆਂ, ਭੋਜਨ ਛਕਣ ਲੱਗਿਆਂ ਵੀ ਉਹ ਕਹਿੰਦੇ ਵਾਹਿਗੁਰੂ। ਉਹ ਮਾਲਕ ਦਾ ਹੀ ਨਾਮ ਜਪਦੇ ਵੀ ਹਿੱਸਾ ਵਾਹਿਗੁਰੂ ਦੇ ਨਾਮ ਤੇ ਹੀ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਜੇ ਬਸਤਰ ਪਹਿਨਦੇ ਹਨ ਤਾਂ ਉਦੋਂ ਵੀ ਮਾਲਕ ਦਾ ਹੀ ਨਾਮ ਲੈਂਦੇ ਨੇ ਵੀ ਪਾਤਸ਼ਾਹ ਅਸੀਂ ਤਾਂ ਕਿਰਤ ਕਣ ਪਾਪੀ ਹਾਂ, ਸ਼ੁਕਰਾਨਾ ਤੇਰਾ ਸਾਨੂੰ ਪਰਦਾ ਢੱਕਣ ਨੂੰ ਆ ਜਿਹੜਾ ਕੱਪੜਾ ਦਿੱਤਾ। ਇਹ ਗੁਰਮੁਖਾਂ ਦਾ ਜੀਵਨ ਹੈ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਆਸਰਾ ਹੀ ਸੱਚੇ ਵਾਹਿਗੁਰੂ ਦੇ ਨਾਮ ਨੂੰ ਬਣਾ ਲਿਆ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ। ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ। ਮਹਾਰਾਜ ਦੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਇਕ ਸਿਉ ਮਨ ਮਾਨਿਆ ਤਾ ਹੋਆ ਨਿਹਚਲ ਚੀਤ। ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।